ਬੀਬਾ ਬਾਦਲ ਨੇ ਇੱਕ ਬਿਆਨ ਦਿੱਤਾ ਸੀ ਵੀ ਸਾਡੀ ਤੱਕੜੀ ਜਿਹੜੀ ਹੈ ਨਾ ਚੋਣ ਨਿਸ਼ਾਨ ਤੱਕੜੀ ਇਹ ਬਾਬੇ ਨਾਨਕ ਦੀ ਤੱਕੜੀ ਨਾਲੋਂ ਘੱਟ ਨਹੀਂ। ਇਹ ਗੱਲ ਕਹਿ ਦੇਣੀ ਕਿ ਜਿਹੜੀ ਸਾਡੀ ਤੱਕੜੀ ਹੈ ਇਹ ਬਾਬੇ ਨਾਨਕ ਦੀ ਤੱਕੜੀ ਨਾਲੋਂ ਘੱਟ ਨਹੀਂ। ਇਹਦਾ ਮਤਲਬ ਹੋਇਆ ਕਿ ਸਾਡੀ ਤੱਕੜੀ ਬਾਬੇ ਨਾਨਕ ਦੀ ਤੱਕੜੀ ਨਾਲੋਂ ਵੱਧ ਆ ਜਾਂ ਬਾਬੇ ਨਾਨਕ ਦੀ ਤੱਕੜੀ ਦੇ ਬਰਾਬਰ ਆ। ਪਹਿਲਾਂ ਹਮੇਸ਼ਾ ਆਪਣੇ ਬਜ਼ੁਰਗਾਂ ਨੂੰ ਇਹ ਗੱਲ ਕਹਿ ਕੇ ਗੁੰਮਰਾਹ ਕਰਦੇ ਰਹੇ ਨੇ ਕਿ ਬਾਬੇ ਨਾਨਕ ਦੀ ਤੱਕੜੀ ਹੈ, ਜਿਹੜੀ ਸਾਡੇ ਕੋਲ ਤੱਕੜੀ ਹੈ ਇਹ ਬਾਬੇ ਨਾਨਕ ਪਹਿਲਾਂ ਵੀ ਕਹਿੰਦੇ ਰਹੇ ਨੇ, ਸ਼ੁਰੂ ਤੋਂ ਲੈ ਕੇ ਕਹਿੰਦੇ ਆਏ ਆ ਵੀ ਬਾਬੇ ਨਾਨਕ ਦੀ ਤੱਕੜੀ ਹੈ। ਮੈਂ ਬੀਬਾ ਜੀ ਨੂੰ ਵੀ ਪੁੱਛਣਾ ਚਾਹਣਾ ਵੀ ਜੇ ਤੁਹਾਡੇ ਕੋਲ ਬਾਬੇ ਨਾਨਕ ਦੀ ਤੱਕੜੀ ਹੈ ਜਾਂ ਬਾਬੇ ਨਾਨਕ ਦੀ ਤੱਕੜੀ ਨਾਲੋਂ ਤੁਹਾਡੀ ਤੱਕੜੀ ਘੱਟ ਨਹੀਂ ਤੇ ਬੀਬਾ ਜੀ ਜਿਹੜਾ ਤੁਹਾਡਾ ਭਰਾ ਗ੍ਰਿਫਤਾਰੀ ਤੋਂ ਡਰਦਾ ਭੱਜਾ ਫਿਰਦਾ ਹੈ, ਜਿਹੜਾ ਆਪਦੇ ਆਪ ਨੂੰ ਮਾਝੇ ਦਾ ਜਰਨੈਲ ਦੱਸਦਾ ਸੀ, ਉਹ ਕਿਉਂ ਭੱਜਾ ਫਿਰਦਾ? ਉਹ ਤਾਂ ਭੱਜਾ ਫਿਰਦਾ ਕਿਉਂਕਿ ਜਿਹੜੀ ਤੁਹਾਡੇ ਕੋਲ ਤੱਕੜੀ ਹੈ ਇਹ ਚਿੱਟਾ ਤੋਲਦੀ ਹੈ। ਬਾਬੇ ਨਾਨਕ ਨੇ ਤਾਂ ਕਿਹਾ ਵੀ ਸਭ ਕੁਝ ਤੇਰਾ, ਉਸ ਵੈਗਰੂ ਨੂੰ ਕਿਹਾ ਮੈਂ ਵੀ ਤੇਰਾ, ਜਿਹੜਾ ਸੌਦਾ ਲੈਣ ਆਇਆ ਉਹ ਵੀ ਤੇਰਾ, ਸੌਦਾ ਵੀ ਤੇਰਾ, ਤੱਕੜੀ ਵੀ ਤੇਰੀ ਤੇ ਵੱਟੇ ਵੀ ਤੇਰੇ, ਸਭ ਕੁਝ ਤੇਰਾ। ਪਰ ਬਾਦਲਾਂ ਦੀ ਤੱਕੜੀ ਇਹ ਕਹਿੰਦੀ ਸਭ ਕੁਝ ਮੇਰਾ, ਬੱਸਾਂ ਵੀ ਮੇਰੀਆਂ, ਪਲਾਟ ਵੀ ਮੇਰੇ, ਹੋਟਲ ਵੀ ਮੇਰੇ, ਚਿੱਟਾ ਵੀ ਮੇਰਾ। ਇਹ ਮੇਰਾ ਮੇਰਾ ਵਾਲੀ ਤੱਕੜੀ ਹੈ, ਗੁਰੂ ਘਰ ਦੀ ਗੋਲਕ ਵੀ ਮੇਰੀ। ਪਿਛਲੇ ਦਿਨਾਂ ਦੇ ਅੰਦਰ ਇੱਕ ਸਿੰਗਰ ਨੇ ਇੱਕ ਚਿਲਮਾ ਪੀਣ ਵਾਲੇ ਦੀ ਤੁਲਨਾ ਤੀਸਰੇ ਪਾਤਸ਼ਾਹ ਦੇ ਨਾਲ ਕੀਤੀ ਸੀ ਤੇ ਉਦੋਂ ਮਤਲਬ ਸਿੱਖਾਂ ਨੇ ਬੜਾ ਵਿਰੋਧ ਕੀਤਾ, ਜਥੇਦਾਰਾਂ ਨੇ ਬੜਾ ਵਿਰੋਧ ਕੀਤਾ ਤੇ ਗੱਲ ਤੇ ਤੁਲਨਾ ਦੀ ਨੇ, ਭਾਵੇਂ ਗੁਰੂ ਸਾਹਿਬ ਦੀ ਸ਼ਖਸੀਅਤ ਨਾਲ ਜਾਂ ਗੁਰੂ ਸਾਹਿਬ ਦੀ ਉਹ ਤੱਕੜੀ ਜਿਹੜੀ ਸੱਚ ਤੋਲਦੀ ਰਹੀ। ਇੱਥੇ ਸਿੰਘ ਸਾਹਿਬ ਦਾ ਬਿਆਨ ਨਾ ਆਉਣਾ, ਇਹਨੂੰ ਕਿਵੇਂ ਵੇਖਦੇ? ਤੁਸੀਂ ਗੁਰਦਾਸ ਮਾਨ ਦੀ ਗੱਲ ਕਰ ਰਹੇ ਹੋ ਤੇ ਉਹਦੇ ਉੱਤੇ ਪਰਚਾ ਵੀ ਦਰਜ ਹੋਇਆ ਸੀ ਤੇ ਜਥੇਦਾਰ ਸਾਹਿਬ ਦਾ ਬਿਆਨ ਵੀ ਆਇਆ ਸੀ ਜੋ ਕਿ ਆਉਣਾ ਬਣਦਾ ਵੀ ਸੀ। ਪਰ ਜਦੋਂ ਗੱਲ ਬੀਬਾ ਬਾਦਲ ਤੇ ਆਈ ਉਦੋਂ ਜਥੇਦਾਰ ਸਾਹਿਬ ਨੂੰ ਪਤਾ ਨਹੀਂ ਕਿਹੜਾ ਸੱਪ ਸੁੰਘ ਗਿਆ। ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਤੁਹਾਡੇ ਆਪਣੇ ਸੇਵਕ ਹਰਪਾਲ ਸਿੰਘ ਮਖੂ ਵੱਲੋਂ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕੀਤਾ ਜਾਂਦਾ ਹੈ। ਦਰਸ਼ਕੋ, ਜਿਵੇਂ ਆਪ ਜੀ ਨੂੰ ਪਤਾ ਸੀ, ਕੋਈ ਵੀ ਮੁੱਦਾ ਭਾਵੇਂ ਰਾਜਨੀਤਿਕ ਹੋਵੇ, ਧਾਰਮਿਕ ਹੋਵੇ, ਸਿਆਸੀ ਹੋਵੇ, ਅਸੀਂ ਉਹ ਮੁੱਦਾ ਲੈ ਕੇ ਆਪ ਜੀ ਸੇਵਾ ਦੇ ਵਿੱਚ ਹਾਜ਼ਰ ਹੋ ਜਾਂਦੇ ਹਾਂ। ਅੱਜ ਜਿਸ ਮੁੱਦੇ ਤੇ ਵਿਚਾਰ ਕਰਨੀ ਹੈ, ਇਹ ਮੁੱਦਾ ਸੋਸ਼ਲ ਮੀਡੀਆ ਤੇ ਅੱਗ ਵਾਂਗ ਫੈਲਿਆ ਹੋਇਆ ਹੈ। ਪਿਛਲੇ ਦਿਨਾਂ ਦੇ ਅੰਦਰ ਬੀਬੀ ਹਰਸਿਮਰਤ ਕੌਰ ਬਾਦਲ ਨੇ ਇੱਕ ਵਿਵਾਦਿਤ ਬਿਆਨ ਦਿੱਤਾ, ਜਿਸ ਬਿਆਨ ਨੇ ਸਿੱਖ ਹਿਰਦਿਆਂ ਨੂੰ ਵਲੂੰਦਰਿਆ। ਉਹ ਬਿਆਨ ਇਹ ਸੀ, ਬੀਬੀ ਨੇ ਕਿਹਾ ਵੀ ਸਾਡੀ ਤੱਕੜੀ, ਸਾਡਾ ਚੋਣ ਨਿਸ਼ਾਨ ਜਿਹੜੀ ਤੱਕੜੀ ਏ ਇਹ ਬਾਬੇ ਨਾਨਕ ਦੀ ਤੱਕੜੀ ਨਾਲੋਂ ਕਿਤੇ ਘੱਟ ਨਹੀਂ। ਇਸ ਸੰਬੰਧ ਦੇ ਵਿੱਚ ਵਿਚਾਰ ਕਰਾਂਗੇ। ਸਾਡੇ ਨਾਲ ਜੁੜੇ ਨੇ ਜਿਹੜੇ ਹਮੇਸ਼ਾ ਸਮਾਜਿਕ ਮੁੱਦਿਆਂ ਤੇ ਵਿਚਾਰ ਵਟਾਂਦਰਾ ਕਰਦੇ ਰਹਿੰਦੇ, ਸਰਦਾਰ ਜਸਬੀਰ ਸਿੰਘ ਜੀ ਸਸਤੇਵਾਲ। ਸਭ ਤੋਂ ਪਹਿਲਾਂ ਅਸੀਂ ਚੈਨਲ ਤੇ ਵੀਰ ਜੀ ਦਾ ਸਵਾਗਤ ਕਰ ਰਹੇ ਹਾਂ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਬੀਬਾ ਬਾਦਲ ਨੇ ਇੱਕ ਬਿਆਨ ਦਿੱਤਾ ਸੀ ਵੀ ਸਾਡੀ ਤੱਕੜੀ ਜਿਹੜੀ ਹੈ ਨਾ ਚੋਣ ਨਿਸ਼ਾਨ ਤੱਕੜੀ ਇਹ ਬਾਬੇ ਨਾਨਕ ਦੀ ਤੱਕੜੀ ਨਾਲੋਂ ਘੱਟ ਨਹੀਂ। ਇਹਨੂੰ ਤੁਸੀਂ ਕਿਸ ਨਜ਼ਰੀਏ ਨਾਲ ਤੱਕਦੇ ਹੋ? ਵੀਰ ਜੀ, ਇਹ ਗੱਲ ਕਹਿ ਦੇਣੀ ਕਿ ਜਿਹੜੀ ਸਾਡੀ ਤੱਕੜੀ ਹੈ ਇਹ ਬਾਬੇ ਨਾਨਕ ਦੀ ਤੱਕੜੀ ਨਾਲੋਂ ਘੱਟ ਨਹੀਂ। ਇਹਦਾ ਮਤਲਬ ਹੋਇਆ ਕਿ ਸਾਡੀ ਤੱਕੜੀ ਬਾਬੇ ਨਾਨਕ ਦੀ ਤੱਕੜੀ ਨਾਲੋਂ ਵੱਧ ਆ ਜਾਂ ਬਾਬੇ ਨਾਨਕ ਦੀ ਤੱਕੜੀ ਦੇ ਬਰਾਬਰ ਆ। ਪਰ ਗੱਲ ਇਹ ਹੈ ਵੀ ਇਹ ਜਦੋਂ ਵੀ ਇਲੈਕਸ਼ਨ ਆਉਂਦੇ ਨੇ ਇਹ ਹਮੇਸ਼ਾ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਦੇ ਨੇ। ਪਹਿਲਾਂ ਹਮੇਸ਼ਾ ਆਪਣੇ ਬਜ਼ੁਰਗਾਂ ਨੂੰ ਇਹ ਗੱਲ ਕਹਿ ਕੇ ਗੁੰਮਰਾਹ ਕਰਦੇ ਰਹੇ ਨੇ ਕਿ ਬਾਬੇ ਨਾਨਕ ਦੀ ਤੱਕੜੀ ਹੈ, ਜਿਹੜੀ ਸਾਡੇ ਕੋਲ ਤੱਕੜੀ ਹੈ ਇਹ ਬਾਬੇ ਨਾਨਕ, ਪਹਿਲਾਂ ਵੀ ਕਹਿੰਦੇ ਰਹੇ ਨੇ, ਸ਼ੁਰੂ ਤੋਂ ਲੈ ਕੇ ਕਹਿੰਦੇ ਆਏ ਆ ਵੀ ਬਾਬੇ ਨਾਨਕ ਦੀ ਤੱਕੜੀ ਹੈ। ਤੇ ਜਿਹੜਾ ਲੋਕ ਇਹਨਾਂ ਨੂੰ ਵੋਟ ਪਾਉਂਦੇ ਸੀ ਇਹ ਕਹਿੰਦੇ ਸੀ ਪੰਥ ਦੀ ਤੱਕੜੀ ਹੈ, ਬਾਬੇ ਨਾਨਕ ਦੀ ਤੱਕੜੀ ਹੈ, ਪੰਥਕ ਪਾਰਟੀ ਹੈ। ਇਹ ਕਹਿੰਦੇ ਨੇ ਵੀ ਬਾਬੇ ਨਾਨਕ ਦੀ ਤੱਕੜੀ, ਹੁਣ ਕਹਿਤਾ ਵੀ ਬਾਬੇ ਨਾਨਕ ਦੀ ਤੱਕੜੀ ਨਾਲੋਂ ਘੱਟ ਨਹੀਂ। ਹੁਣ ਮਤਲਬ ਇਹਨਾਂ ਇਕੱਲਿਆਂ ਦੀ ਹੋ ਗਈ ਹੈ। ਨਹੀਂ, ਹੁਣ ਇਹਨਾਂ ਨੇ ਉਸ ਪਹਿਲਾਂ ਕਹਿੰਦੇ ਸੀ ਬਾਬੇ ਨਾਨਕ ਦੀ ਤੱਕੜੀ, ਹੁਣ ਕਹਿੰਦੇ ਬਾਬੇ ਨਾਨਕ ਦੀ ਤੱਕੜੀ ਨਾਲੋਂ ਵੱਧ ਆ। ਵੱਧ ਕਹਿ ਲਓ ਜਾਂ ਬਰਾਬਰ ਕਹਿ ਲਓ, ਇੱਕੋ ਗੱਲ ਹੀ ਆ। ਜਦੋਂ ਆਪਾਂ ਇਹ ਕਹਿਤਾ ਵੀ ਬਾਬੇ ਨਾਨਕ ਦੀ ਤੱਕੜੀ ਨਾਲੋਂ ਘੱਟ ਨਹੀਂ, ਇਹ ਹਮੇਸ਼ਾ ਹੀ ਲੋਕਾਂ ਨੂੰ ਗੁੰਮਰਾਹ ਕਰਕੇ ਵੋਟਾਂ ਲੈਂਦੇ ਆਏ ਨੇ। ਪਰ ਐਕਤੀ ਤਾਂ ਇਹਨਾਂ ਨੇ ਜਿਹੜਾ ਹੈਗਾ ਸਿਰਾ ਹੀ ਕਰ ਦਿੱਤਾ। ਕਿਉਂਕਿ ਮੈਂ ਬੀਬਾ ਜੀ ਨੂੰ ਵੀ ਪੁੱਛਣਾ ਚਾਹਣਾ ਵੀ ਜੇ ਤੁਹਾਡੇ ਕੋਲ ਬਾਬੇ ਨਾਨਕ ਦੀ ਤੱਕੜੀ ਹੈ ਜਾਂ ਬਾਬੇ ਨਾਨਕ ਦੀ ਤੱਕੜੀ ਨਾਲੋਂ ਤੁਹਾਡੀ ਤੱਕੜੀ ਘੱਟ ਨਹੀਂ ਤੇ ਬੀਬਾ ਜੀ ਜਿਹੜਾ ਤੁਹਾਡਾ ਭਰਾ ਗ੍ਰਿਫਤਾਰੀ ਤੋਂ ਡਰਦਾ ਭੱਜਾ ਫਿਰਦਾ ਹੈ, ਜਿਹੜਾ ਆਪਦੇ ਆਪ ਨੂੰ ਮਾਝੇ ਦਾ ਜਰਨੈਲ ਦੱਸਦਾ ਸੀ, ਉਹ ਕਿਉਂ ਭੱਜਾ ਫਿਰਦਾ? ਉਹ ਤਾਂ ਭੱਜਾ ਫਿਰਦਾ ਕਿਉਂਕਿ ਜਿਹੜੀ ਤੁਹਾਡੇ ਕੋਲ ਤੱਕੜੀ ਹੈ ਇਹ ਚਿੱਟਾ ਤੋਲਦੀ ਹੈ।
ਇਹ ਚਿੱਟਾ ਤੋਲਣ ਦੇ ਦੋਸ਼ ਵਿੱਚ ਹੀ ਜਿਹੜਾ ਬਿਕਰਮਜੀਤ ਸਿੰਘ ਮਜੀਠੀਆ ਅੱਜ ਉਹ ਭੱਜਿਆ ਫਿਰਦਾ ਹੈ। ਨਹੀਂ ਤੁਸੀਂ ਕਹਿਣਾ ਚਾਹੁੰਦੇ ਵੀ ਜਿਹੜੀ ਅਕਾਲੀਆਂ ਕੋਲ ਤੱਕੜੀ ਏ ਇਹ ਨਸ਼ਾ ਤੋਲਣ ਵਾਲੀ ਤੱਕੜੀ ਏ? ਬਿਲਕੁਲ ਜੀ, ਜਿਹੜੀ ਬਾਬੇ ਨਾਨਕ ਦੀ ਤੱਕੜੀ ਸੀ ਨਾ, ਬਾਬੇ ਨਾਨਕ ਨੇ ਤਾਂ ਕਿਹਾ ਵੀ ਸਭ ਕੁਝ ਤੇਰਾ, ਉਸ ਵੈਗਰੂ ਨੂੰ ਕਿਹਾ, ਉਸ ਅਕਾਲ ਪੁਰਖ ਨੂੰ ਕਿਹਾ ਮੈਂ ਵੀ ਤੇਰਾ, ਜਿਹੜਾ ਸੌਦਾ ਲੈਣ ਆਇਆ ਉਹ ਵੀ ਤੇਰਾ, ਸੌਦਾ ਵੀ ਤੇਰਾ, ਤੱਕੜੀ ਵੀ ਤੇਰੀ ਤੇ ਵੱਟੇ ਵੀ ਤੇਰੇ, ਸਭ ਕੁਝ ਤੇਰਾ। ਪਰ ਬਾਦਲਾਂ ਦੀ ਤੱਕੜੀ ਇਹ ਕਹਿੰਦੀ ਸਭ ਕੁਝ ਮੇਰਾ, ਬੱਸਾਂ ਵੀ ਮੇਰੀਆਂ, ਪਲਾਟ ਵੀ ਮੇਰੇ, ਹੋਟਲ ਵੀ ਮੇਰੇ, ਚਿੱਟਾ ਵੀ ਮੇਰਾ। ਇਹ ਮੇਰਾ ਮੇਰਾ ਵਾਲੀ ਤੱਕੜੀ ਹੈ। ਗੁਰੂ ਘਰ ਦੀ ਗੋਲਕ ਵੀ ਮੇਰੀ। ਇਹ ਬਾਬੇ ਨਾਨਕ ਦੀ ਤੱਕੜੀ ਨਹੀਂ ਗੀ। ਇਹ ਬਿਲਕੁਲ ਜਿਹੜਾ ਗੁੰਮਰਾਹ ਕਰਦੇ ਨੇ ਲੋਕਾਂ ਨੂੰ ਜਾਂ ਅਜਿਹੇ ਬਿਆਨਬਾਜ਼ੀਆਂ ਦਿੰਦੇ ਨੇ, ਇਹਨਾਂ ਤੋਂ ਇਹਨਾਂ ਨੂੰ ਬਿਲਕੁਲ ਗਰੇਜ਼ ਕਰਨਾ ਚਾਹੀਦਾ। ਚੋਣ ਕਮਿਸ਼ਨ ਨੇ ਉਹਨਾਂ ਨੂੰ ਨਿਸ਼ਾਨ ਦਿੱਤਾ ਤੱਕੜੀ ਦਾ, ਉਹ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਜੀ? ਚੋਣ ਕਮਿਸ਼ਨ ਨੂੰ ਅਸੀਂ ਅਪੀਲ ਕਰਦੇ ਹਾਂ ਵੀ ਜਿਹੜਾ ਇਹਨਾਂ ਦਾ ਤੱਕੜੀ ਦਾ ਜਿਹੜਾ ਚੋਣ ਨਿਸ਼ਾਨ ਆ, ਜਾਂ ਤਾਂ ਉਹ ਬਦਲਿਆ ਜਾਵੇ ਜਾਂ ਇਹਨਾਂ ਨੂੰ ਸਿੱਧੇ ਸ਼ਬਦਾਂ ਦੇ ਵਿੱਚ ਸਖਤ ਹਦਾਇਤਾਂ ਦਿੱਤੀਆਂ ਜਾਣ ਕਿ ਇਸ ਚੋਣ ਨਿਸ਼ਾਨ ਨੂੰ ਕਿਸੇ ਧਰਮ ਨਾਲ ਨਾ ਜੋੜਨ। ਬਿਲਕੁਲ, ਇਹਨਾਂ ਦਾ ਇੱਕ ਸਿੰਬਲ ਆ ਵੋਟ ਪਾਉਣ ਲਈ, ਇਹਨੂੰ ਧਰਮ ਨਾਲ ਨਾ ਜੋੜਨ, ਇਹਨੂੰ ਬਾਬੇ ਨਾਨਕ ਦੀ ਤੱਕੜੀ ਕਹਿ ਕੇ ਨਾ ਇਹਦੀ ਵਰਤੋਂ ਕਰਨ, ਜਾਂ ਬਾਬੇ ਨਾਨਕ ਦੀ ਤੱਕੜੀ ਨਾਲੋਂ ਵੱਧ ਜਾਂ ਬਰਾਬਰ ਕਹਿ ਕੇ ਇਹਦੀ ਵਰਤੋਂ ਨਾ ਕਰਨ, ਕਿਉਂਕਿ ਇਹ ਇੱਕ ਚੋਣ ਨਿਸ਼ਾਨ ਆ, ਚੋਣ ਨਿਸ਼ਾਨ ਤੱਕ ਸੀਮਤ ਰਹਿਣ। ਪਹਿਲੀ ਗੱਲ ਤਾਂ ਇਹਨਾਂ ਦਾ ਚੋਣ ਨਿਸ਼ਾਨ ਮੈਂ ਚੋਣ ਕਮਿਸ਼ਨ ਨੂੰ ਅਪੀਲ ਕਰਦਾ ਵੀ ਬਦਲ ਹੀ ਦੇਣਾ ਚਾਹੀਦਾ, ਕਿਉਂਕਿ ਇਹਨਾਂ ਦਾ ਕੋਈ ਦਾਤਰ ਦੂਤਰ, ਕੋਈ ਦਾਤੀ ਇਹਨਾਂ ਦਾ ਰੱਖ ਦੇਣ ਚੋਣ ਨਿਸ਼ਾਨ, ਕਿਉਂਕਿ ਹਮੇਸ਼ਾ ਹੀ ਇਹਨਾਂ ਨੇ ਪੰਥ ਦੀ, ਪੰਜਾਬ ਦੀ ਜਿਹੜੀ ਜੜ੍ਹਾਂ ਦੇ ਵਿੱਚ ਦਾਤੀ ਫੇਰਨ ਦਾ ਕੰਮ ਕੀਤਾ ਹੈ ਤੇ ਲੋਕਾਂ ਨੂੰ ਇਹਨਾਂ ਨੇ ਵੱਢਣ ਦਾ ਕੰਮ ਕੀਤਾ ਹੈ। ਇਸ ਕਰਕੇ ਇਹਨਾਂ ਦਾ ਚੋਣ ਨਿਸ਼ਾਨ ਵੀ ਕੋਈ ਦਾਤਰੀ ਜਾਂ ਦਾਤਰ ਹੋਣਾ ਚਾਹੀਦਾ। ਤੇ ਇੱਥੇ ਆਪਾਂ ਵੇਖਦੇ ਪਿਛਲੇ ਦਿਨਾਂ ਦੇ ਅੰਦਰ ਇੱਕ ਸਿੰਗਰ ਨੇ ਇੱਕ ਚਿਲਮਾ ਪੀਣ ਵਾਲੇ ਦੀ ਤੁਲਨਾ ਤੀਸਰੇ ਪਾਤਸ਼ਾਹ ਦੇ ਨਾਲ ਕੀਤੀ ਸੀ, ਤੇ ਉਦੋਂ ਮਤਲਬ ਸਿੱਖਾਂ ਨੇ ਬੜਾ ਵਿਰੋਧ ਕੀਤਾ, ਜਥੇਦਾਰਾਂ ਨੇ ਬੜਾ ਵਿਰੋਧ ਕੀਤਾ, ਤੇ ਗੱਲ ਤੇ ਤੁਲਨਾ ਦੀ ਨੇ, ਭਾਵੇਂ ਗੁਰੂ ਸਾਹਿਬ ਦੀ ਸ਼ਖਸੀਅਤ ਨਾਲ ਜਾਂ ਗੁਰੂ ਸਾਹਿਬ ਦੀ ਉਹ ਤੱਕੜੀ ਜਿਹੜੀ ਸੱਚ ਤੋਲਦੀ ਰਹੀ, ਤੇਰਾ ਤੇਰਾ ਕਹਿ ਕੇ ਤੋਲਦੀ ਰਹੀ, ਤੁਲਨਾ ਤੇ ਬਰਾਬਰ ਹੀ ਨਾ। ਇੱਥੇ ਸਿੰਘ ਸਾਹਿਬ ਦਾ ਬਿਆਨ ਨਾ ਆਉਣਾ, ਇਹਨੂੰ ਕਿਵੇਂ ਵੇਖਦੇ ਹੋ? ਬਿਲਕੁਲ ਜੀ, ਜਦੋਂ ਤੁਸੀਂ ਗੁਰਦਾਸ ਮਾਨ ਦੀ ਗੱਲ ਕਰ ਰਹੇ ਹੋ ਜੀ, ਉਹਨੇ ਜਿਹੜਾ ਉਹ ਨਸ਼ੇੜੀ ਆ ਡੇਰਾਦਾਰ, ਉਹਦੀ ਤੁਲਨਾ ਕੀਤੀ ਸੀ ਸਾਡੇ ਗੁਰੂ ਸਾਹਿਬਾਨ ਦੇ ਨਾਲ, ਤੇ ਉਹਦੇ ਉੱਤੇ ਪਰਚਾ ਵੀ ਦਰਜ ਹੋਇਆ ਸੀ ਤੇ ਜਥੇਦਾਰ ਸਾਹਿਬ ਦਾ ਬਿਆਨ ਵੀ ਆਇਆ ਸੀ, ਜੋ ਕਿ ਆਉਣਾ ਬਣਦਾ ਵੀ ਸੀ ਜਿਹੜੀ। ਪਰ ਜਦੋਂ ਗੱਲ ਬੀਬਾ ਬਾਦਲ ਤੇ ਆਈ, ਉਦੋਂ ਜਥੇਦਾਰ ਸਾਹਿਬ ਨੂੰ ਪਤਾ ਨਹੀਂ ਕਿਹੜਾ ਸੱਪ ਸੁੰਘ ਗਿਆ, ਕਿਉਂਕਿ ਜਥੇਦਾਰ ਸਾਹਿਬ ਜਿਹੜਾ ਤੁਹਾਡਾ ਰੁਤਬਾ ਹੈ ਨਾ, ਇਹ ਬੜਾ ਮਹਾਨ ਰੁਤਬਾ ਹੈ। ਜਿਹੜਾ ਸਾਡਾ ਤਖਤ ਆ, ਤਖਤ ਸਾਡਾ ਬੜਾ ਮਹਾਨ ਹੈ, ਜਥੇਦਾਰ ਸਾਹਿਬ ਦਾ ਰੁਤਬਾ ਬੜਾ ਮਹਾਨ ਹੈ, ਪਰ ਜਿਹੜੇ ਜਥੇਦਾਰ ਸਾਹਿਬ ਇਹਨਾਂ ਨੇ ਉਸ ਜਗ੍ਹਾ ਦੇ ਉੱਤੇ ਨਵਾਜੇ ਹੋਏ ਨੇ, ਉਹ ਮੈਨੂੰ ਲੱਗਦਾ ਕਿਤੇ ਨਾ ਕਿਤੇ ਹੁਣ ਮਹਾਨਤਾ ਵਾਲਾ ਕੰਮ ਨਹੀਂ ਕਰ ਰਹੇ, ਕਿਉਂਕਿ ਉਹ ਜਥੇਦਾਰ ਸਾਹਿਬ ਦਾ ਅਕਸ ਖਰਾਬ ਕਰ ਰਹੇ ਨੇ। ਕਿਉਂਕਿ ਜਥੇਦਾਰ ਸਾਹਿਬ, ਤੁਸੀਂ ਵੀਰ ਜੀ ਦੇਖੋ, ਅਕਾਲੀ ਫੂਲਾ ਸਿੰਘ ਸਾਡੀ ਕੌਮ ਦੇ ਜਥੇਦਾਰ ਹੋਏ ਨੇ, ਤੇ ਉਦੋਂ ਜਿਹੜਾ ਰਾਜ ਸੀਗਾ ਸਿੱਖਾਂ ਦਾ, ਮਹਾਰਾਜਾ ਰਣਜੀਤ ਸਿੰਘ ਜੀ ਸ਼ੇਰੇ ਪੰਜਾਬ, ਉਹਨਾਂ ਨੇ ਪੰਜਾਬ ਦੇ ਉੱਤੇ ਰਾਜ ਕੀਤਾ ਹੈ, ਤੇ ਉਹਨਾਂ ਦਾ ਰਾਜ ਵੀ ਵੀਰ ਜੀ ਇਹੋ ਜਿਹਾ ਰਾਜ ਸੀ ਵੀ ਜਿਹਦੀ ਅੱਜ ਵੀ ਦੁਨੀਆ ਗਵਾਹੀ ਭਰਦੀ ਹੈ ਕਿ ਨਾ ਉਸ ਰਾਜ ਵਰਗਾ ਰਾਜ ਮਹਾਰਾਜਾ ਰਣਜੀਤ ਸਿੰਘ ਰਾਜ ਤੋਂ ਪਹਿਲਾਂ ਹੋਇਆ, ਨਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਬਾਅਦ ਹੋਇਆ, ਤੇ ਮੈਨੂੰ ਲੱਗਦਾ ਨਾ ਕਦੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨਾਲ ਦਾ ਰਾਜ ਦੁਨੀਆ ਵਿੱਚ ਕਦੇ ਦੁਬਾਰਾ ਸਥਾਪਿਤ ਹੋਊਗਾ। ਬਾਦਲ ਸਾਹਿਬ ਤੇ ਇਹੋ ਕਹਿੰਦੇ ਰਹੇ ਵੀ ਅਸੀਂ ਮਹਾਰਾਜਾ ਰਣਜੀਤ ਸਿੰਘ ਵਾਲਾ ਰਾਜ ਕਰ ਰਹੇ ਹਾਂ, ਰਾਜ ਨਹੀਂ ਸੇਵਾ ਕਰ ਰਹੇ ਹਾਂ। ਨਹੀਂ, ਬਿਲਕੁਲ ਨਹੀਂ ਵੀਰ ਜੀ। ਪਹਿਲਾਂ ਆਪਾਂ ਗੱਲ ਪੂਰੀ ਕਰੀਏ ਵੀ ਮਹਾਰਾਜਾ ਜਦੋਂ ਗਲਤੀ ਹੋਈ, ਸ਼ੇਰੇ ਪੰਜਾਬ ਤੋਂ ਗਲਤੀ ਹੋਈ, ਅਕਾਲੀ ਫੂਲਾ ਸਿੰਘ ਸਾਡੀ ਕੌਮ ਦੇ ਜਥੇਦਾਰ ਸੀ, ਉਹਨਾਂ ਨੇ ਇਹਨਾਂ ਨੂੰ ਉੱਥੇ ਤਲਬ ਕੀਤਾ, ਅਕਾਲ ਤਖਤ ਸਾਹਿਬ ਤੇ ਤਲਬ ਕੀਤਾ, ਇਹਨਾਂ ਨੂੰ ਬਣਦੀ ਸਜ਼ਾ, ਕੋੜੇ ਮਾਰੇ ਗਏ ਇਹਨਾਂ ਨੂੰ, ਤੇ ਅੱਜ ਵੀ ਜਥੇਦਾਰ ਤਾਂ ਜਿਹੜਾ ਰੁਤਬਾ ਹੈ ਉਹ ਤਾਂ ਉਹੀ, ਪਦਵੀ ਤੇ ਉਹੀ ਹੈ, ਪਦਵੀ ਉਹੀ ਹੈ, ਅਕਾਲ ਤਖਤ ਸਾਹਿਬ ਵੀ ਉਹੀ ਹੈ। ਨਹੀਂ, ਇਹਦਾ ਮਤਲਬ ਤੁਸੀਂ ਕਹਿਣਾ ਚਾਹੁੰਦੇ ਵੀ ਇੱਕ ਵਿਸ਼ੇਸ਼ ਪਰਿਵਾਰ ਦਾ ਇਹਨਾਂ ਤੇ ਕਬਜ਼ਾ ਹੋ ਗਿਆ, ਵੀ ਇਹ ਜਾਂ ਤਖਤ ਦੇ ਜਥੇਦਾਰ ਉਹਨਾਂ ਦੇ ਅਧੀਨ ਹੋ ਗਏ ਨੇ। ਅਧੀਨ ਵੀਰ ਜੀ ਇਦਾਂ ਹੋ ਗਏ ਕਿਉਂਕਿ ਇਹਨਾਂ ਨੇ ਜਿਹੜਾ ਨਰੈਣੂ ਮਹੰਤ ਨੇ ਨਾ, ਇਹ ਬਾਦਲ ਕੇ ਨਰੈਣੂ ਮਹੰਤ ਨੇ, ਇਹਨਾਂ ਨੇ ਕਬਜ਼ਾ ਕੀਤਾ ਹੋਇਆ ਸਾਡੀ ਸ਼੍ਰੋਮਣੀ ਕਮੇਟੀ ਦੇ ਉੱਤੇ, ਜੋ ਕਿ ਸ਼ਹੀਦਾਂ ਦੀ ਖੂਨ ਨਾਲ ਸਿੰਜੀ ਹੋਈ ਇੱਕ ਸਾਡੀ ਸਰਮੌਰ ਸੰਸਥਾ ਸੀਗੀ, ਇਹਨਾਂ ਨੇ ਉਹਦੇ ਉੱਤੇ ਕਬਜ਼ਾ ਕੀਤਾ ਹੋਇਆ। ਉਹਦੇ ਅਧੀਨ ਹੁਣ ਜਥੇਦਾਰ ਸਾਹਿਬ ਜਿਹੜੇ ਹੈਗੇ ਉਹ ਥਾਪਦੇ ਆ, ਇਹਨਾਂ ਦੇ ਲਿਫਾਫਿਆਂ ਚੋਂ ਜਥੇਦਾਰ ਨਿਕਲਦੇ ਆ। ਪਹਿਲਾਂ 3 ਲਿਫਾਫਿਆਂ ਚੋਂ ਜਥੇਦਾਰ ਨਿਕਲਦੇ ਸੀ, ਹੁਣ ਮੈਨੂੰ ਲੱਗਦਾ 2 ਲਿਫਾਫਿਆਂ ਚੋਂ ਨਿਕਲਦੇ ਆ, ਕਿਉਂਕਿ ਜਿਹੜਾ ਸਾਡਾ ਤਖਤ ਦਮਦਮਾ ਸਾਹਿਬ ਆ, ਉੱਥੇ ਵੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ, ਤੇ ਜਿਹੜਾ ਸਾਡਾ ਅਕਾਲ ਤਖਤ ਸਾਹਿਬ ਆ
ਉੱਥੇ ਵੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਲਿਫਾਫੇ ਦੀ ਬੱਚਤ ਕਰ ਲਈ ਇੱਕ ਲਿਫਾਫੇ ਦੀ ਬੱਚਤ ਕਰ ਲਈ ਕਹਿ ਲਓ, ਜਾਂ ਕੋਈ ਕਹਿ ਲਓ ਵੀ ਇਹਨਾਂ ਨੂੰ ਇਹੋ ਜਿਹਾ ਕੋਈ ਬੰਦਾ ਹੀ ਨਹੀਂ ਮਿਲਦਾ ਵੀ ਜਿਹਨੂੰ ਉੱਥੇ ਜਥੇਦਾਰ ਥਾਪ ਸਕਣ। ਤੇ ਪੰਥਕ ਇਕੱਠ ਵੀ ਹੋਇਆ ਥੋੜੇ ਦਿਨ ਪਹਿਲਾਂ, ਇੱਕ ਦੋ ਦਿਨ ਪਹਿਲਾਂ ਪੰਥਕ ਇਕੱਠ ਵੀ ਹੋਇਆ ਮੰਜੀ ਸਾਹਿਬ ਦੀ ਜਗ੍ਹਾ ਤੇ, ਇਹਨੂੰ ਕਿਵੇਂ ਵੇਖਦੇ ਹੋ? ਪੰਥਕ ਇਕੱਠ ਨਹੀਂ ਹੋਇਆ ਵੀਰ ਜੀ। ਉਹ ਕੀ ਹੋਇਆ ਫਿਰ? ਪੰਜਾਬ ਦੇ ਵਿੱਚ ਚੋਣਾਂ ਦਾ ਮਾਹੌਲ ਆ, ਉਹ ਸ਼੍ਰੋਮਣੀ ਅਕਾਲੀ ਦਲ ਦੀ ਇੱਕ ਰੈਲੀ ਹੋਈ ਆ ਦੀਵਾਨ ਹਾਲ, ਜਿਹੜਾ ਸਾਡਾ ਮੰਜੀ ਗੁਰੂ ਘਰ ਦੇ ਵਿੱਚ ਤੁਸੀਂ ਰੈਲੀ, ਸਾਡਾ ਜਿਹੜਾ ਦੀਵਾਨ ਹਾਲ ਆ ਉਹਨੂੰ ਵਰਤਿਆ ਗਿਆ। ਰੈਲੀ ਉੱਥੇ ਬਾਦਲਾਂ ਦੀ ਹੋਈ ਆ, ਜਿਵੇਂ ਕਿ ਬਾਦਲਾਂ ਦੀਆਂ ਰੈਲੀਆਂ ਦੇ ਵਿੱਚ ਪਹਿਲਾਂ ਸਾਡਾ ਲੰਗਰ ਵਰਤਿਆ ਜਾਂਦਾ, ਸਾਡੀ ਗੋਲਕ ਦਾ ਪੈਸਾ ਵਰਤਿਆ ਜਾਂਦਾ, ਉਸੇ ਤਰੀਕੇ ਨਾਲ ਸਾਡਾ ਦੀਵਾਨ ਸਾਹਿਬ ਜਿਹੜਾ ਹੈਗਾ ਦੀਵਾਨ ਹਾਲ ਮੰਜੀ ਸਾਹਿਬ ਆ ਉਹਨੂੰ ਵਰਤਿਆ ਵਾ। ਉੱਥੇ ਰੈਲੀ ਹੋਈ ਆ, ਉਹਨੂੰ ਆਪਾਂ ਪੰਥਕ ਇਕੱਠ ਨਹੀਂ ਕਹਿ ਸਕਦੇ, ਕਿਉਂਕਿ ਪੰਥਕ ਇਕੱਠ ਜਿਹੜੇ ਹੁੰਦੇ ਆ ਉੱਥੇ ਜਿੰਨੇ ਵੀ ਪੂਰੀ ਕਾਇਨਾਤ ਦੇ ਵਿੱਚ ਜਿੰਨੇ ਵੀ ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਨਤਮਸਤਕ ਹੁੰਦੇ ਆ, ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨਦੇ ਆ, ਉਹਨਾਂ ਸਾਰੇ ਲੋਕਾਂ ਨੂੰ ਸੱਦਾ ਦਿੱਤਾ ਜਾਂਦਾ ਹੈ ਭਾਈ ਪੰਥਕ ਇਕੱਠ ਆ, ਸਾਰੇ ਲੋਕ ਉੱਥੇ ਪਹੁੰਚਣ। ਜਿਵੇਂ ਕਿ 2015 ਦੇ ਵਿੱਚ ਚੱਬੇ ਦੀ ਧਰਤੀ ਤੇ ਜਿਹੜਾ ਸਰਬੱਤ ਖਾਲਸਾ ਹੋਇਆ ਸੀ ਉਹ ਪੰਥਕ ਇਕੱਠ ਸੀ। ਉੱਥੇ ਕਿਸੇ ਨੂੰ ਖਾਸ ਮੈਸੇਜ ਜਾਂ ਫੋਨ ਕਰਕੇ ਨਹੀਂ ਸੱਦਿਆ ਗਿਆ ਸੀ, ਉੱਥੇ ਇੱਕ ਸੁਨੇਹਾ ਦਿੱਤਾ ਗਿਆ ਸੀ ਭਾਈ ਪੰਥ ਨੇ ਆਪਦਾ ਇਕੱਠ ਰੱਖਿਆ ਤੇ ਪਹੁੰਚੋ। ਉੱਥੇ ਵੱਡੀ ਗਿਣਤੀ ਦੇ ਵਿੱਚ ਜਿਹੜੀ ਸੰਗਤ ਆ, ਲੱਖਾਂ ਦੀ ਗਿਣਤੀ ਦੇ ਵਿੱਚ ਉੱਥੇ ਸੰਗਤ ਪਹੁੰਚੀ। ਪਰ ਜਿਹੜਾ ਦੀਵਾਨ ਇੱਥੇ ਮੰਜੀ ਸਾਹਿਬ ਵਿਖੇ ਹੋਇਆ ਵਾ ਉਹ ਤਾਂ ਸਿਰਫ ਤੇ ਸਿਰਫ ਜਿਹੜੇ ਲੋਕ ਬਾਦਲ ਦਲ ਦੀ ਚਾਪਲੂਸੀ ਕਰਦੇ ਨੇ ਉਹਨਾਂ ਨੂੰ ਹੀ ਉੱਥੇ ਬੁਲਾਇਆ ਗਿਆ। ਮੈਂ ਉਸ ਇਕੱਠ ਨੂੰ ਪੰਥਕ ਇਕੱਠ ਨਹੀਂ ਸਮਝਦਾ। ਪਰ ਉਹਦੇ ਵਿੱਚ ਉਹਨਾਂ ਕਿਹਾ ਵੀ ਪੰਥ ਨੂੰ ਖਤਰਾ, ਹਾਲਾਂਕਿ ਚੱਬੇ ਦੇ ਇਕੱਠ ਦੇ ਵਿੱਚ ਉਹਨਾਂ ਇਹ ਨਹੀਂ ਸੀ ਕਿਹਾ ਵੀ ਪੰਥ ਨੂੰ ਖਤਰਾ। ਪੰਥ ਨੂੰ ਖਤਰਾ ਨਹੀਂਗਾ ਜੀ, ਪੰਥ ਨੂੰ ਖਤਰਾ ਜ਼ਰੂਰ ਹੈ, ਪਰ ਪੰਥ ਨੂੰ ਖਤਰਾ ਕਿਸੇ ਬਾਹਰੀ ਤਾਕਤ ਤੋਂ ਨਹੀਂ, ਕਿਉਂਕਿ ਸਾਡੇ ਗੁਰੂ ਦੇ ਜਿਹੜੀ ਸਾਡੇ ਗੁਰੂ ਦੀ ਤਾਕਤ ਆ ਉਹਦੇ ਨਾਲ ਉੱਤੇ ਕੋਈ ਤਾਕਤ ਨਹੀਂ ਹੈਗੀ। ਪੰਥ ਨੂੰ ਖਤਰਾ ਜ਼ਰੂਰ ਆ, ਪਰ ਪੰਥ ਨੂੰ ਖਤਰਾ ਮੈਂ ਜਥੇਦਾਰ ਸਾਹਿਬ ਨੂੰ ਦੱਸਣਾ ਚਾਹਣਾ, ਪੰਥ ਨੂੰ ਖਤਰਾ ਇਹਨਾਂ ਕੋਲੋਂ ਆ ਜਿਹੜੇ ਤੁਹਾਡੇ ਸਟੇਜ ਦੇ ਅੱਗੇ ਬੈਠੇ ਸੀ, ਜਿਹੜੇ ਲੱਤਾਂ ਲਮਕਾ ਕੇ ਸੁਖਬੀਰ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਵਰਗੇ ਬੈਠੇ ਸੀ ਨਾ ਸਟੇਜ ਤੇ, ਇਹਨਾਂ ਤੋਂ ਖਤਰਾ ਪੰਥ ਨੂੰ, ਕਿਉਂਕਿ ਇਹ ਸਮੇਂ-ਸਮੇਂ ਉੱਤੇ ਸਾਡੇ ਨਾਲ ਅਜਿਹੀਆਂ ਹਰਕਤਾਂ ਕਰਦੇ ਆਏ ਨੇ। ਜੇ ਆਪਾਂ 2015 ਦੀ ਗੱਲ ਕੀਤੀ ਹੈ ਸਰਬੱਤ ਖਾਲਸੇ ਦੀ, ਤੇ ਉੱਥੇ ਜਿਹੜਾ ਕਾਰਨ ਸੀਗਾ ਸਰਬੱਤ ਖਾਲਸੇ ਦਾ ਉਹਦੀ ਗੱਲ ਕਰਨੀ ਵੀ ਬਹੁਤ ਜ਼ਰੂਰੀ ਬਣਦੀ ਹੈ। 2015 ਦੇ ਵਿੱਚ ਵੀਰ ਜੀ ਬਰਗਾੜੀ ਦੇ ਵਿੱਚ ਗੁਰੂ ਸਾਹਿਬ ਦਾ ਅਪਮਾਨ ਹੁੰਦਾ, ਬੇਅਦਬੀ ਹੁੰਦੀ ਹੈ। ਉਸ ਤੋਂ ਬਾਅਦ ਸਾਡੇ ਸਿੱਖ ਰੋਹ ਵਿੱਚ ਆਉਂਦੇ ਨੇ, ਥਾਂ ਥਾਂ ਦੇ ਉੱਤੇ ਜਿਹੜਾ ਹੈਗਾ ਪੰਜਾਬ ਦੇ ਵਿੱਚ ਰੋਸ ਮਾਰਚ ਕੱਢੇ ਜਾਂਦੇ ਨੇ, ਧਰਨੇ ਲਾਏ ਜਾਂਦੇ ਨੇ। ਇਸੇ ਤਹਿਤ ਇੱਕ ਧਰਨਾ ਬਰਗਾੜੀ, ਬਾਈਬਲ ਕਲਾਂ, ਕੋਟਕਪੂਰੇ ਵਿੱਚ ਵੀ ਲੱਗਦਾ, ਤੇ ਉਸ ਥਾਂ ਦੇ ਉੱਤੇ ਇਹ ਜਿਹੜੇ ਅੱਜ ਆਪਦੇ ਆਪ ਨੂੰ ਪੰਥਕ ਦੱਸਦੇ ਆ, ਇਹਨਾਂ ਦੀ ਪੁਲਿਸ ਬੇਦੋਸ਼ੇ ਨਿਹੱਤੇ ਸਿੱਖਾਂ ਦੇ ਉੱਤੇ ਉਹਨਾਂ ਦੇ ਕੇਸਾਂ ਵਿੱਚ ਦਾੜਿਆਂ ਵਿੱਚ ਗੰਦੇ ਪਾਣੀ ਦੀਆਂ ਵਿਛਾੜਾਂ ਮਾਰਦੇ ਨੇ। ਬਾਈਬਲ ਕਲਾਂ ਵਿੱਚ ਜਿਹੜੇ 2 ਸਾਡੇ ਨੌਜਵਾਨ ਵੀਰ ਸਿੱਖਾਂ ਵੀਰਾਂ ਨੂੰ ਸ਼ਹੀਦ ਕਰ ਦਿੰਦੇ ਨੇ, ਤੇ ਉਹੀ ਲੋਕ ਅੱਜ ਕਹਿ ਰਹੇ ਨੇ ਪੰਥ ਨੂੰ ਖਤਰਾ। ਪੁਲਿਸ ਵਾਲੇ ਅਣਪਛਾਤੇ ਕਿਵੇਂ ਹੋ ਗਏ ਉੱਥੇ? ਪੁਲਿਸ ਵਾਲੇ ਅਣਪਛਾਤੇ ਹੋ ਜਾਂਦੇ ਨੇ ਜਦੋਂ ਮੰਨ ਲਓ ਸਰਕਾਰਾਂ ਨਾ, ਜਦੋਂ ਅਸੀਂ ਧਾਰ ਕੇ ਹੀ ਆ ਗਏ ਵੀ ਅਸੀਂ ਸਿੱਖਾਂ ਦਾ ਨੁਕਸਾਨ ਕਰਨਾ, ਫਿਰ ਅਸੀਂ ਜਿਵੇਂ ਮਰਜ਼ੀ ਜਿੱਤੋਂ ਮਰਜ਼ੀ ਕਰਾ ਦਈਏ, ਚਾਹੇ ਪੁਲਿਸ ਪਛਾਣ ਵਾਲੀ ਹੋਵੇ ਚਾਹੇ ਅਣਪਛਾਤੀ ਹੋਵੇ, ਜਦੋਂ ਉਹਨਾਂ ਨੇ ਕਰਨਾ ਹੀ ਸਿੱਖਾਂ ਦਾ ਨੁਕਸਾਨ ਹੈ। ਇਸੇ ਤਰੀਕੇ ਬਾਦਲ ਕੇ ਹਮੇਸ਼ਾ ਸਿੱਖਾਂ ਦਾ ਨੁਕਸਾਨ ਕਰਦੇ ਆਏ ਨੇ। ਪੁਲਿਸ ਵੀਰ ਜੀ ਇੱਕ ਫਾਇਰ ਵੀ ਕਰਦੀ ਹੈ ਨਾ, ਜਿਹੜਾ ਉਹਦਾ ਹਿਸਾਬ ਕਿਤਾਬ ਆ ਉਹ ਦੇਣਾ ਪੈਂਦਾ ਗ੍ਰਹਿ ਮੰਤਰੀ ਨੂੰ, ਤੇ ਉਸ ਸਮੇਂ ਦਾ ਗ੍ਰਹਿ ਮੰਤਰੀ ਕੌਣ ਸੀ? ਸੁਖਬੀਰ ਸਿੰਘ ਬਾਦਲ। ਤੇ ਇਹ ਸੁਖਬੀਰ ਸਿੰਘ ਬਾਦਲ ਦੇ ਕਹਿਣ ਦੇ ਮੁਤਾਬਕ ਹੀ ਸਿੱਖਾਂ ਦੇ ਉੱਤੇ ਅਟੈਕ ਹੋਇਆ ਸੀ। ਜਿਵੇਂ ਕਾਂਗਰਸ ਨੇ ਸਾਡੇ ਦਰਬਾਰ ਸਾਹਿਬ ਦੇ ਉੱਤੇ, ਹਰਮੰਦਰ ਸਾਹਿਬ ਦੇ ਉੱਤੇ, ਅਕਾਲ ਤਖਤ ਸਾਹਿਬ ਦੇ ਉੱਤੇ ਅਟੈਕ ਕੀਤਾ ਸੀ, ਉਸੇ ਤਰੀਕੇ ਨਾਲ ਇਹਨਾਂ ਬਾਦਲਾਂ ਨੇ ਵੀ ਸਿੱਖਾਂ ਦੇ ਉੱਤੇ ਬੇਦੋਸ਼ੀ ਨਿਹੱਤੀ ਗੁਰੂ ਦਾ ਨਾਮ ਜਪਦੀ ਸੰਗਤ ਦੇ ਉੱਤੇ ਇੱਕ ਅਟੈਕ ਕੀਤਾ ਸੀ। ਤੇ ਅੱਜ ਵੀ ਇਹਨਾਂ ਦੇ ਜਿਹੜੇ ਅਟੈਕ ਨੇ ਉਹ ਲਗਾਤਾਰ ਜਾਰੀ ਨੇ। ਵੀਰ ਜੀ ਇਹ ਵੀ ਸਾਡੇ ਸਿਧਾਂਤ ਦੇ ਉੱਤੇ ਇੱਕ ਅਟੈਕ ਆ। ਜਿਹੜੀ ਆਪਾਂ ਬੀਬੀ ਦੀ ਗੱਲ ਕਰ ਰਹੇ ਹਾਂ, ਬੀਬੀ ਕਹਿੰਦੀ ਵੀ ਇਹ ਤੱਕੜੀ ਬਾਬੇ ਨਾਨਕ ਦੀ ਤੱਕੜੀ ਨਾਲੋਂ ਘੱਟ ਨਹੀਂ, ਇਹ ਵੀ ਵੀਰ ਜੀ ਸਾਡੇ ਉੱਤੇ ਇੱਕ ਅਟੈਕ ਆ। ਇਹ ਟਾਂਚਾ ਮਾਰ ਮਾਰ ਕੇ ਸਾਨੂੰ ਦੇਖਦੇ ਆ ਵੀ ਸਿੱਖ ਜਿਉਂਦੇ ਆ ਜਾਂ ਸਿੱਖ ਮਰ ਗਏ ਆ, ਕਿਉਂਕਿ ਪਿਛਲੇ ਸਮੇਂ ਦੇ ਵਿੱਚ ਤੁਸੀਂ ਦੇਖਿਆ ਵੀ ਇਹਨਾਂ ਨੇ ਸਾਡੇ ਦੁਸ਼ਮਣ ਜਿਹੜੇ ਆ ਉਹਨਾਂ ਦੇ ਨਾਲ ਇਹਨਾਂ ਦੀਆਂ ਯਾਰੀਆਂ ਰਹੀਆਂ। ਇਹ ਯਾਰੀਆਂ ਕਾਹਤੋਂ ਪਾਈਆਂ ਗਈਆਂ? ਪੰਥ ਦੀ, ਜਿੱਦਾਂ ਮੈਂ ਪਹਿਲਾਂ ਕਿਹਾ ਵੀ ਜੜ ਦੇ ਵਿੱਚ ਦਾਤੀ ਫੇਰਨ ਨੂੰ। ਅੱਜ ਇਹ ਦੇਖਦੇ ਆ ਵੀ ਅਸੀਂ ਉਸ ਆਪਦੇ ਮਿਸ਼ਨ ਦੇ ਵਿੱਚ ਕਾਮਯਾਬ ਹੋਏ ਹਾਂ
ਜਾਂ ਨਹੀਂ ਹੋਏ। ਹਮੇਸ਼ਾ ਸਮੇਂ-ਸਮੇਂ ਤੇ ਕੋਈ ਨਾ ਕੋਈ ਹਰਕਤ ਅਜਿਹੀ ਕਰਦੇ ਆ, ਇਹ ਚੈੱਕ ਕਰਦੇ ਰਹਿੰਦੇ ਆ ਵੀ ਸਿੱਖ ਬੋਲਦੇ ਆ ਜਾਂ ਨਹੀਂ ਬੋਲਦੇ। ਕਿਉਂਕਿ ਤੱਕੜੀ ਦੀ ਤੁਲਨਾ ਕਰਨ ਤੋਂ ਪਹਿਲਾਂ ਸ਼ਾਇਦ ਤੁਹਾਨੂੰ ਯਾਦ ਹੋਣਾ, ਅੰਮ੍ਰਿਤਸਰ ਦੀ ਧਰਤੀ ਦੇ ਉੱਤੇ ਇੱਕ ਰੈਲੀ ਸੀਗੀ, ਜਦੋਂ ਸ਼ਾਇਦ ਅਨਿਲ ਜੋਸ਼ੀ ਭਾਜਪਾ ਵਾਲਾ ਇਹਨਾਂ ਨੇ ਰਲਾਇਆ। ਉੱਥੇ ਇਹਨਾਂ ਨੇ ਜਕਾਰੇ ਦੀ ਬੇਅਦਬੀ ਕੀਤੀ। ਉੱਥੇ ਇਹਨਾਂ ਨੇ ਕਿਹਾ ਬੋਲੇ ਸੋ ਨਿਹਾਲ ਜੈ ਸ਼੍ਰੀ ਰਾਮ। ਉੱਥੇ ਇਹਨਾਂ ਨੇ ਜਕਾਰੇ ਦੀ ਬੇਅਦਬੀ ਕੀਤੀ। ਇਹ ਸਮੇਂ-ਸਮੇਂ ਦੇ ਉੱਤੇ ਸਿੱਖਾਂ ਦੇ ਜਿਹੜੇ ਜਜ਼ਬਾਤ ਆ ਉਹਨਾਂ ਨੂੰ ਭੜਕਾਉਂਦੇ ਰਹਿੰਦੇ ਆ, ਇਹ ਚੈੱਕ ਕਰਦੇ ਰਹਿੰਦੇ ਆ ਵੀ ਸਿੱਖ ਕੁਝ ਬੋਲਦੇ ਆ ਜਾਂ ਨਹੀਂ ਬੋਲਦੇ। ਪਿਛਲੇ ਦਿਨਾਂ ਦੇ ਅੰਦਰ ਬੀਬਾ ਬਾਦਲ ਆਪਾਂ ਵੇਖਿਆ ਵੀ ਜਦੋਂ ਕਾਲੇ ਕਾਨੂੰਨ ਆਏ ਉਦੋਂ ਇਹਨਾਂ ਦੀ, ਜਿਵੇਂ ਤੁਸੀਂ ਗੱਲ ਕੀਤੀ ਵੀ ਇਹਨਾਂ ਦੀ ਯਾਰੀ ਜਿਹੜੀ ਸੀ RSS ਦੇ ਨਾਲ, ਭਾਜਪਾ ਦੇ ਨਾਲ ਬੜੀ ਡੂੰਘੀ ਸੀ, ਭਾਈਵਾਲੀ ਪਾਰਟੀ ਸੀ, ਗੱਠਜੋੜ ਨਾਲ ਪੰਜਾਬ ਦੇ ਵਿੱਚ ਸੱਤਾ 'ਚ ਆਉਂਦੇ ਸਨ। ਉਦੋਂ ਇਹਨਾਂ ਨੇ ਕਾਨੂੰਨਾਂ ਦੀ ਬੜੀ ਸਿਫਤ ਕੀਤੀ ਬੀਬਾ ਬਾਦਲ ਨੇ, ਪਰ ਜਦੋਂ ਮਤਲਬ ਕਿਸਾਨ ਜਾਗ ਗਏ ਤੇ ਫਿਰ ਮਤਲਬ ਇਹਨਾਂ ਰਿਜ਼ਾਈਨ ਵੀ ਕੀਤਾ ਉਹਨਾਂ ਦਿਨਾਂ 'ਚ। ਬਿਲਕੁਲ ਵੀਰ ਜੀ, ਇਹ ਜਿਹੜਾ BJP ਹੈ ਨਾ, BJP ਇਹਨਾਂ ਨੂੰ ਬੁਰਕੀ ਸੁੱਟ ਕੇ ਇਹਨਾਂ ਕੋਲੋਂ ਕੁਝ ਵੀ ਬੁਲਵਾਉਂਦੀ ਹੈ। BJP RSS ਇੱਕੋ ਚੀਜ਼ ਹੈ, ਤੇ ਇਹ ਉਹਦੇ ਜਿਹੜੇ ਹੈਗੇ ਹੱਥ ਠੋਕੇ ਬਣੇ ਹੋਏ ਆ। ਇਹ ਅੱਜ ਵੀ ਆਪਾਂ ਕਹੀਏ ਵੀ ਇਹ ਅਲੱਗ ਨੇ, ਅੱਜ ਵੀ ਅਲੱਗ ਨਹੀਂਗੇ। ਇਹ BJP ਤੋਂ ਅਲੱਗ ਕਦੇ ਹੋ ਹੀ ਨਹੀਂ ਸਕਦੇ। ਇਹਨਾਂ ਨੇ ਉਦੋਂ ਵੀ ਜਿਹੜਾ ਸਾਡੀ ਪਿੱਠ ਦੇ ਵਿੱਚ ਇੱਕ ਛੁਰਾ ਮਾਰਨ ਦੇ ਮਾਰੇ, ਜਿਵੇਂ ਆਪਾਂ ਬਾਬਾ ਨਾਨਕ ਸਾਹਿਬ ਦੀ ਗੱਲ ਕਰ ਰਹੇ ਹਾਂ, ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਗੱਲ ਕਰ ਰਹੇ ਹਾਂ। ਜਦੋਂ ਗੁਰੂ ਨਾਨਕ ਦੇਵ ਜੀ ਦੀ ਗੱਲ ਚੱਲੇਗੀ ਤਾਂ ਨਾਲ ਖੇਤੀ ਦੀ ਗੱਲ ਵੀ ਚੱਲੇਗੀ। ਜਦੋਂ ਖੇਤੀ ਦੀ ਗੱਲ ਚੱਲੇਗੀ, ਕਿਰਸਾਨੀ ਦੀ ਗੱਲ ਚੱਲੇਗੀ, ਉਦੋਂ ਨਾਲ ਬਾਬਾ ਨਾਨਕ ਸਾਹਿਬ ਦੀ ਗੱਲ ਵੀ ਜ਼ਰੂਰ ਚੱਲੇਗੀ। ਕਰਤਾਰਪੁਰ ਚਲਾਏ ਹੱਲ ਦੀ ਗੱਲ ਚੱਲੇਗੀ, ਕਿਉਂਕਿ ਕਰਤਾਰਪੁਰ ਸਾਹਿਬ ਦੇ ਵਿੱਚ ਗੁਰੂ ਜੀ ਨੇ ਆਪਦੇ ਹੱਥੀਂ ਹੱਲ ਚਲਾਇਆ ਤੇ ਸਾਨੂੰ ਉਪਦੇਸ਼ ਦਿੱਤਾ ਵੀ ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਤੇ ਉਦੋਂ ਦੇ ਸਿੱਖ ਜਿਹੜੇ ਆ ਉਹ ਕਿਸਾਨੀ ਦੇ ਨਾਲ ਜੁੜੇ ਹੋਏ ਆ। ਉਹ ਵੀ ਇਹਨਾਂ ਨੇ ਇੱਕ ਤਰ੍ਹਾਂ ਕਿਸਾਨੀ ਦੀ ਪਿੱਠ ਦੇ ਵਿੱਚ ਛੁਰਾ ਥੋਪ ਕੇ ਸਿੱਖਾਂ ਦੀ ਪਿੱਠ ਵਿੱਚ ਛੁਰਾ ਖਪਾਉਣ ਵਾਲੀ ਗੱਲ ਕੀਤੀ। ਤੇ ਜਦੋਂ ਇਹਨਾਂ ਨੂੰ ਲੱਗਿਆ ਵੀ ਬਾਜੀ ਹੁਣ ਉਲਟੀ ਪੈ ਗਈ ਏ, 2022 ਦਾ ਇਲੈਕਸ਼ਨ ਸਿਰ ਤੇ ਆ ਤੇ ਲੋਕਾਂ ਨੇ ਸਾਨੂੰ ਪਿੰਡਾਂ ਵਿੱਚ ਨਹੀਂ ਵੜਨ ਦੇਣਾ, ਇਹਨਾਂ ਨੇ ਇੱਕ ਬਸ ਕਹਿ ਦਿੱਤਾ ਵੀ ਅਸੀਂ ਜਿਹੜਾ ਗੱਠ ਜੋੜਿਆ ਉਹ ਭਾਜਪਾ ਦੇ ਨਾਲੋਂ, RSS ਨਾਲੋਂ ਤੋੜ ਲਿਆ। ਮੈਨੂੰ ਲੱਗਦਾ ਉਹ ਤੋੜਿਆ ਨਹੀਂਗਾ। ਇਲੈਕਸ਼ਨ ਤੋਂ ਬਾਅਦ ਵੇਖ ਲਿਓ, ਜੇ ਇਹਨਾਂ ਨੂੰ ਉਹਨਾਂ ਦੀਆਂ 4 ਸੀਟਾਂ ਦੀ ਲੋੜ ਪੈ ਗਈ ਤੇ ਇਹਨਾਂ ਨੇ ਉਹਨਾਂ ਕੋਲੋਂ ਸੀਟਾਂ ਲੈ ਲੈਣੀਆਂ। ਜੇ ਸੀਟਾਂ ਦੇਣ ਦੀ ਲੋੜ ਪੈ ਗਈ ਤੇ ਇਹਨਾਂ ਨੇ ਉਹਨਾਂ ਨੂੰ ਸੀਟਾਂ ਦੇ ਦੇਣੀਆਂ। ਜਿਹੜਾ ਹਰ ਹੱਥ ਕੰਡਾ ਇਹਨਾਂ ਨੇ ਅਪਣਾਉਣਾ ਹੈ ਵੀ ਕਿਸੇ ਨਾ ਕਿਸੇ ਤਰ੍ਹਾਂ ਅਸੀਂ ਜਾਂ ਭਾਜਪਾ ਹੀ ਪੰਜਾਬ ਦੀ ਸੱਤਾ ਦੇ ਉੱਤੇ ਕਾਬਜ਼ ਰਹੀਏ। ਇਹ ਹੁਣ ਤੱਕ ਆਪਣੇ ਆਪ ਨੂੰ ਪੰਥਕ ਪਾਰਟੀ ਕਹਿੰਦੇ ਰਹੇ, ਹੁਣ ਵੀ ਕਹਿ ਰਹੇ ਨੇ। ਤੁਸੀਂ ਸਾਡੇ ਦਰਸ਼ਕਾਂ ਨੂੰ, ਪੰਜਾਬ ਦੀ ਆਵਾਮ ਨੂੰ ਕੀ ਕਹਿਣਾ ਚਾਹੁੰਦੇ ਵੀ ਇਹ ਆਂਦੇ ਨੇ ਇਹ ਪੰਥਕ ਆ, ਇਹ ਕਿੱਥੋਂ ਤੱਕ ਪੰਥਕ ਪਾਰਟੀ ਕਿੱਦਾਂ ਹੋ ਗਈ? ਕਿਉਂਕਿ ਸਰਸੇ ਵਾਲੇ ਸਾਧ ਤੋਂ ਹੀ ਸਾਰਾ ਪੰਗਾ ਹੋਇਆ ਨਾ। ਜਿਹੜਾ ਬਰਗਾੜੀ ਦੇ ਵਿੱਚ ਦੋਸ਼ੀ ਦਾ ਉਹਦਾ ਸਰਸੇ ਵਾਲਾ ਸਾਧ ਸੀ। ਉਸ ਤੋਂ ਪਹਿਲਾਂ ਜਦੋਂ ਸਰਸੇ ਵਾਲਾ ਸਾਧ ਸਾਡੇ ਗੁਰੂ ਦਾ ਸਵਾਂਗ ਰਚਾਉਂਦਾ ਹੈ, ਜਦੋਂ ਬਾਟਾ ਤਿਆਰ ਕਰਦਾ, ਕਲਗੀ ਲਾਉਂਦਾ, ਉਦੋਂ ਸਿੱਖ ਉਹਦਾ ਵਿਰੋਧ ਕਰਦੇ ਨੇ। ਉਸ ਤੋਂ ਬਾਅਦ ਉਹਦਾ ਪ੍ਰਚਾਰ ਆ ਜਿਹੜਾ ਉਹ ਪੰਜਾਬ ਵਿੱਚ ਸਿੱਖਾਂ ਨੇ ਕਿਹਾ ਅਸੀਂ ਵਿਰੋਧ ਕਰਾਂਗੇ ਜੇ ਤੂੰ ਪੰਜਾਬ ਵਿੱਚ ਪ੍ਰਚਾਰ ਕਰੇਂਗਾ। ਉਸ ਤੋਂ ਬਾਅਦ ਸਰਸੇ ਵਾਲਾ ਆਪਦੀ ਇੱਕ ਫਿਲਮ ਬਣਾਉਂਦਾ ਤੇ ਸਿੱਖ ਕਹਿੰਦੇ ਅਸੀਂ ਫਿਲਮ ਇਹ ਚੱਲਣ ਨਹੀਂ ਦੇਣੀ, ਤੇ ਉਹਦੀ ਫਿਲਮ ਚਲਾਉਣ ਦੇ ਮਾਰੇ ਇਹ ਬਾਦਲ ਉਹਦੀ ਫਿਲਮ ਨੂੰ ਸੁਰੱਖਿਆ ਦਿੰਦੇ ਨੇ। ਜਿੱਥੇ ਜਿੱਥੇ ਉਹਦੀ ਫਿਲਮ ਚੱਲਦੀ ਏ, ਜਿੱਥੇ ਉਹਦੀ ਫਿਲਮ ਦੇ ਪੋਸਟਰ ਲੱਗਦੇ ਨੇ, ਉੱਥੇ ਪੁਲਿਸ ਦੀ ਸੁਰੱਖਿਆ ਦਿੰਦੇ ਨੇ। ਨਾਲ ਦੀ ਨਾਲ ਹੀ ਜਥੇਦਾਰ ਕੋਲੋਂ ਮਾਫੀ ਦਿਵਾਉਂਦੇ ਨੇ, ਬਿਨਾਂ ਮੰਗੇ ਤੋਂ ਮਾਫੀ ਉਸ ਸੌਦੇ ਸਾਧ ਨੂੰ ਮੰਗਾਉਂਦੇ ਨੇ, ਦਿੰਦੇ ਨੇ। ਕਿਉਂ ਦਿੰਦੇ ਨੇ? ਵੀ ਇਹਦੀ ਫਿਲਮ ਚੱਲ ਸਕੇ। ਫਿਰ ਮਾਫੀ ਵਾਪਸ ਲਈ ਜਾਂਦੀ ਏ। ਇਹ ਛਵੀ ਸਿੰਘ ਸਾਹਿਬ ਦੀ ਛਵੀ ਨੂੰ ਖਰਾਬ ਨਹੀਂ ਕੀਤਾ ਗਿਆ? ਸਿੰਘ ਸਾਹਿਬ ਦੀ ਛਵੀ ਨੂੰ ਵੀ ਖਰਾਬ ਕੀਤਾ ਗਿਆ, ਸਾਡੇ ਗੋਲਕ ਦੇ ਪੈਸੇ ਨੂੰ ਵੀ ਖਰਾਬ ਕੀਤਾ ਗਿਆ। ਕਿਉਂਕਿ ਜਦੋਂ ਮਾਫੀ ਦਿੱਤੀ ਜਾਂਦੀ ਹੈ ਉਦੋਂ ਪਤਾ ਨਹੀਂ ਕਿੰਨੇ ਪੈਸੇ ਸਾਡੀ ਜਿਹੜਾ ਦਸਵੰਧ ਦੀ ਮਾਇਆ ਗੋਲਕ ਦੇ ਵਿੱਚੋਂ ਕੱਢ ਕੇ ਇਹ ਪ੍ਰਚਾਰ ਕੀਤਾ ਜਾਂਦਾ ਹੈ। ਵੀ ਫਿਲਮ ਦਾ ਪ੍ਰਚਾਰ ਹੀ ਹੋ ਗਿਆ। ਜੋ ਜਥੇਦਾਰ ਦੀ ਮਾਫੀ ਦਾ ਪ੍ਰਚਾਰ ਕਰਤਾ ਵੀ ਇਹਨੂੰ ਅਸੀਂ ਮਾਫ ਕਰ ਦਿੱਤਾ, ਵੀ ਹੁਣ ਫਿਲਮ ਚੱਲ ਲੈਣ ਦੇਣ, ਮਤਲਬ ਕਿ ਕਿਤੇ ਨਾ ਕਿਤੇ ਇਹ ਫਿਲਮ ਦਾ ਪ੍ਰਚਾਰ ਕਰਦੇ ਨੇ। ਇੱਥੋਂ ਤੱਕ ਕਿ ਆਪਦੇ ਘਰਾਂ ਦੇ ਵਿੱਚ ਜਦੋਂ ਕੋਈ ਮਰਗ ਹੋ ਜਾਂਦੀ ਏ, ਜਿਵੇਂ ਸੁਖਬੀਰ ਸਿੰਘ ਬਾਦਲ ਦੀ ਮਾਤਾ ਚੜ੍ਹਾਈ ਕਰ ਜਾਂਦੀ ਏ ਤੇ ਉੱਥੇ ਜਿਹੜਾ ਲੰਗਰ ਵਰਤਦਾ ਉਹ ਸ਼੍ਰੋਮਣੀ ਕਮੇਟੀ ਦਾ ਵਰਤਦਾ ਹੈ। ਜਦੋਂ ਇਹ ਰੈਲੀਆਂ ਕਰਦੇ ਨੇ ਉੱਥੇ ਲੰਗਰ ਸ਼੍ਰੋਮਣੀ ਕਮੇਟੀ ਦਾ ਵਰਤਦਾ ਹੈ। ਜਿਹੜਾ ਇਹ ਚੋਣ ਪ੍ਰਚਾਰ ਕਰਦੇ ਨੇ, ਜਿੰਨੀ ਸਮੱਗਰੀ ਚੋਣ ਪ੍ਰਚਾਰ ਦੀ ਹੁੰਦੀ ਏ ਉਹ ਸਾਰੀ ਸ਼੍ਰੋਮਣੀ ਕਮੇਟੀ ਦੇ ਪੈਸੇ ਨਾਲ ਹੁੰਦੀ ਏ। ਇਹ ਦੱਸੋ ਪੰਥਕ ਨੇ ਜਾਂ ਪੰਥ ਨੂੰ ਢਾਹ ਲਾਉਣ ਵਾਲੇ ਨੇ? ਤੇ ਪਰ ਇਹ ਬੀਬੀ ਜੀ ਤੇ ਇਹੋ ਕਹਿੰਦੇ ਵੀ ਅਸੀਂ ਪੰਥਕ ਜਮਾਤ ਤਾਂ ਅਸੀਂ ਬੜੀ ਵੱਡੀ ਸੇਵਾ ਕਰ ਰਹੇ ਹਾਂ। ਬੀਬੀ ਜਗੀਰ ਕੌਰ ਵੀ ਪਿਛਲੇ ਦਿਨਾਂ ਦੇ ਅੰਦਰ ਤੁਸੀਂ ਵੇਖਿਆ ਵੀ ਉਹਨਾਂ ਨੂੰ ਵੀ ਇਹਨਾਂ ਨੇ ਪ੍ਰਧਾਨ ਬਣਾਤਾ ਵੀ ਅਸੀਂ ਇਸਤਰੀਆਂ ਨੂੰ ਅੱਗੇ ਆਉਂਦੇ ਆ, ਲਿਆਉਂਦੇ ਆ, ਬੜਾ ਕੁਝ ਕਿਹਾ ਜਾਂਦਾ, ਤੁਸੀਂ ਵੇਖਦੇ ਹੀ ਹੋ। ਤੇ
ਬੀਬੀ ਵੀ ਕਹਿ ਦਿੰਦੇ ਨੇ ਔਰ ਸਿੰਘ ਸਾਹਿਬ ਵੀ ਕਹਿ ਦਿੰਦੇ ਇਹ ਮਾਂ ਪੁੱਤ ਦਾ ਰਿਸ਼ਤਾ ਹੈ। ਇਹ ਜਿਹੜੀ ਇਹ ਸ਼੍ਰੋਮਣੀ ਅਕਾਲੀ ਦਲ ਇਹ ਪੁੱਤ ਏ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਇਹ ਮਾਂ ਏ, ਇਹ ਸਿੰਘ ਸਾਹਿਬ ਇਹੋ ਜਿਹੇ ਬਿਆਨ ਦੇ ਰਹੇ ਨੇ। ਸਿੰਘ ਸਾਹਿਬ ਜਿਹੜਾ ਸਾਨੂੰ ਭੁਲੇਖਾ ਪਾਉਣਾ ਚਾਹੁੰਦੇ ਆ ਨਾ, ਉਹ ਬਿਲਕੁਲ ਗਲਤ ਆ। ਸ਼੍ਰੋਮਣੀ ਕਮੇਟੀ ਦਾ ਤੇ ਅਕਾਲੀ ਦਲ ਦਾ ਮਾਂ ਪੁੱਤ ਦਾ ਰਿਸ਼ਤਾ ਜ਼ਰੂਰ ਆ, ਪਰ ਉਹ ਇਸ ਤਰੀਕੇ ਨਾਲ ਆ ਕਿਉਂਕਿ ਜਿਹੜਾ ਬੱਚੇ ਨੂੰ ਜਨਮ ਮਾਤਾ ਹੀ ਦਿੰਦੀ ਆ, ਉਸੇ ਤਰੀਕੇ ਨਾਲ ਸ਼੍ਰੋਮਣੀ ਅਕਾਲੀ ਦਲ ਜਿਹੜਾ ਆ ਉਹ ਜਨਮ ਦਿੰਦਾ ਇਹਨਾਂ ਨੂੰ ਜਥੇਦਾਰਾਂ ਨੂੰ, ਕਿਉਂਕਿ ਮੈਂ ਪਹਿਲਾਂ ਦੱਸਿਆ ਲਿਫਾਫਿਆਂ ਚੋਂ ਨਿਕਲਦੇ ਨੇ ਜਥੇਦਾਰ। ਤੇ ਇਸ ਤਰੀਕੇ ਨਾਲ ਜ਼ਰੂਰ ਇਹ ਮਾਂ ਪੁੱਤ ਦਾ ਰਿਸ਼ਤਾ ਆ, ਪਰ ਐ ਨਹੀਂਗਾ ਵੀ ਸ਼੍ਰੋਮਣੀ ਕਮੇਟੀ ਮਾਂ ਆ ਤੇ ਅਕਾਲੀ ਦਲ ਪੁੱਤ ਆ, ਐ ਨਹੀਂਗਾ। ਇਹ ਅਕਾਲੀ ਦਲ ਜਿਹੜਾ ਹੈਗਾ ਵਾ ਉਹ ਸ਼੍ਰੋਮਣੀ ਕਮੇਟੀ ਦਾ ਪਿਓ ਬਣਿਆ ਬੈਠਾ ਆ। ਆਪਾਂ ਮਾਂ ਪੁੱਤ ਦਾ ਨਹੀਂ ਕਹਿੰਦੇ, ਆਪਾਂ ਪਿਓ ਪੁੱਤ ਦਾ ਰਿਸ਼ਤਾ। ਮਰਜ਼ੀ ਨਾਲ ਤਖਤਾਂ ਦੇ ਜਥੇਦਾਰ ਬਦਲੇ ਜਾਂਦੇ ਨੇ, ਮਰਜ਼ੀ ਦੇ ਨਾਲ ਪ੍ਰਧਾਨ ਬਦਲ ਦਿੱਤੇ ਜਾਂਦੇ। ਪਿਛਲੇ ਦਿਨਾਂ ਦੇ ਅੰਦਰ ਇੱਕ ਪ੍ਰਧਾਨ ਬੀਬੀ ਲਾਈ ਗਈ, ਉਹਦੇ ਤੇ ਬੜੇ ਇਲਜ਼ਾਮ, ਬੜੇ ਤਰ੍ਹਾਂ ਦੇ ਇਲਜ਼ਾਮ ਲੱਗੇ, ਤੁਹਾਨੂੰ ਪਤਾ ਹੀ ਹੈ। ਉਸ ਬੀਬੀ ਬਾਰੇ ਆਪਾਂ ਨੂੰ ਗੱਲ ਕਰਨੀ ਬੜੀ ਜ਼ਰੂਰੀ ਬਣਦੀ ਹੈ। ਜਦੋਂ ਆਪਾਂ ਸ਼੍ਰੋਮਣੀ ਕਮੇਟੀ ਦੀ ਗੱਲ ਕਰਾਂਗੇ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਗੱਲ ਕਰਾਂਗੇ, ਤੇ ਬੀਬੀ ਜਗੀਰ ਕੌਰ ਦਾ ਨਾਂ ਲੈ ਬਿਨਾਂ ਵੀ ਨਹੀਂ ਰਿਹਾ ਜਾਣਾ, ਕਿਉਂਕਿ ਇੱਕ ਬੰਨੇ ਤਾਂ ਸਾਡੇ ਗੁਰੂ ਦਾ ਸਿਧਾਂਤ ਆ ਵੀ ਅਸੀਂ ਜਿਹੜਾ ਕੁੜੀ ਮਾਰਿਆ ਉਹਦੇ ਨਾਲ ਅਸੀਂ ਰੋਟੀ ਦੀ ਸਾਂਝ ਨਹੀਂ ਰੱਖਣੀ, ਬੁਰਕੀ ਦੀ ਸਾਂਝ ਨਹੀਂ ਰੱਖਣੀ। ਇੱਕ ਬੰਨੇ ਅਸੀਂ ਕੁੜੀ ਮਾਰ ਨੂੰ ਜਿਹੜਾ ਕੋਰਟ ਨੇ ਉਹਨੂੰ ਸਾਬਤ ਵੀ ਕੀਤਾ ਹੋਇਆ, ਦੋਸ਼ੀ ਕਰਾਰ ਕੀਤੀ ਹੋਈ, ਉਹਨੂੰ ਅਸੀਂ ਪ੍ਰਧਾਨ ਲਾ ਦਿੰਦੇ ਸ਼੍ਰੋਮਣੀ ਕਮੇਟੀ ਦੀ। ਜਿਹੜੀ ਬੀਬੀ ਆਪਦੇ ਕੇਸ ਤੱਕ ਕਤਲ ਕਰਵਾਉਂਦੀ ਏ, ਉਹਨੂੰ ਪ੍ਰਧਾਨ ਲਾਉਣ ਤੋਂ ਪਹਿਲਾਂ ਇਹੀ ਪੁੱਛ ਲੈਂਦੇ ਵੀ ਬੀਬੀ ਪਹਿਲਾਂ ਤੇਰੀਆਂ ਮੁੱਛਾਂ ਹੁੰਦੀਆਂ ਸੀ, ਉਹ ਹੁਣ ਕਿੱਥੇ ਚਲੇ ਗਈਆਂ। ਫਿਰ ਮਰਜ਼ੀ ਦੇ ਨਾਲ ਉਹਨੂੰ ਪ੍ਰਧਾਨ ਲਾਇਆ ਜਾਂਦਾ, ਮਰਜ਼ੀ ਦੇ ਨਾਲ ਉਹਨੂੰ ਪ੍ਰਧਾਨਗੀ ਤੋਂ ਲਾ ਕੇ ਚੋਣ ਮੈਦਾਨ ਵਿੱਚ ਤਾਰਿਆ ਜਾਂਦਾ। ਹੁਣ ਉਹ ਬੀਬੀ ਭਲਾਤ ਤੋਂ ਚੋਣ ਲੜੇਗੀ, ਜੇ ਉਹ ਬੀਬੀ ਚੋਣ ਜਿੱਤ ਗਈ ਤਾਂ ਐਮਐਲਏ ਬਣੇਗੀ, ਜੇ ਹਾਰ ਗਈ ਤੇ ਉਹਨੂੰ ਦੁਬਾਰਾ ਫਿਰ ਜਿਹੜਾ ਹੈਗਾ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਲਾ ਦੇਣਗੇ। ਇਹ ਨਿੱਜੀ ਜਿਹੜੇ ਹਿੱਤ ਨੇ ਉਹਦੇ ਲਈ ਸਾਡੀ ਕਮੇਟੀ ਨੂੰ ਵਰਤ ਰਹੇ ਨੇ। ਤੇ ਪਰ ਇੱਥੇ ਬੀਬਾ ਬਾਦਲ ਕਹਿ ਰਹੇ ਨੇ, ਨੰਨੀ ਸ਼ਾਹ ਕਹਿੰਦੇ ਵੀ ਜਿਹੜੇ ਕੁੜੀ ਮਾਰ ਨੇ ਉਹਨਾਂ ਤੇ ਅਸੀਂ ਪੂਰੀ ਕਾਰਵਾਈ ਕਰਾਂਗੇ, ਉਹਨਾਂ ਨੇ ਸਾਡਾ ਕੋਈ ਵੀ ਰਿਸ਼ਤਾ ਨਹੀਂ। ਪਰ ਇੱਥੇ ਬੀਬੀ ਦੇ ਨਾਲ ਬੜਾ ਡੂੰਘਾ ਰਿਸ਼ਤਾ ਹੈ, ਪ੍ਰਧਾਨ ਵੀ ਬਣਾ ਦਿੰਦੇ ਨੇ ਔਰ ਐਮਐਲਏ ਦੀ ਵਾਰੀ ਆਉਂਦੀ ਤੇ ਐਮਐਲਏ ਦੇ ਇਲੈਕਸ਼ਨ ਵੀ ਲੜਾਉਂਦੇ ਨੇ। ਪਿਛਲੇ ਦਿਨਾਂ ਦੇ ਵਿੱਚ ਐਮਪੀ ਦੀ ਵਾਰੀ ਸੀ ਤੇ ਉਦੋਂ ਹਲਕਾ ਖਡੂਰ ਸਾਹਿਬ ਤੋਂ ਐਮਪੀ ਦਾ ਇਲੈਕਸ਼ਨ ਵੀ ਲੜੇ ਨੇ। ਬਿਲਕੁਲ ਵੀਰ ਜੀ, ਜਿਹੜਾ ਸੁਖਬੀਰ ਸਿੰਘ ਬਾਦਲ ਆ ਜਾਂ ਵੱਡਾ ਬਾਦਲ ਆ, ਉਹ ਜ਼ਿਆਦਾ ਪ੍ਰਬੰਧ ਜਿਹੜਾ ਹੈਗਾ ਸ਼੍ਰੋਮਣੀ ਕਮੇਟੀ ਦਾ ਚਲਾਉਂਦੇ ਨੇ, ਤੇ ਬੀਬਾ ਬਾਦਲ ਨੂੰ ਪੁੱਛੇ ਬਿਨਾਂ ਤਾਂ ਉਹਨੂੰ ਪ੍ਰਧਾਨ ਉਹ ਲਾ ਨਹੀਂ ਸਕਦੇ। ਇਹ ਜਿਹੜਾ ਬੀਬਾ ਬਾਦਲ ਦੀਆਂ ਨੰਨੀ ਛਾਂ ਵਾਲੀਆਂ ਜਾਂ ਹੋਰ ਜਿਹੜਾ ਇਹ ਹਿੱਤ ਵਿਖਾਉਂਦੇ ਨੇ ਇਸਤਰੀ ਦੇ ਪ੍ਰਤੀ, ਬੀਬੀਆਂ ਦੇ ਪ੍ਰਤੀ, ਉਹ ਸਭ ਝੂਠਾ ਹੈ, ਉਹ ਸਭ ਵਿਖਾਵਾ ਹੈ। ਅਸਲੀਅਤ ਕੁਝ ਹੋਰ ਹੈ, ਵਿਖਾਇਆ ਕੁਝ ਹੋਰ ਜਾਂਦਾ। ਕਿਉਂਕਿ ਜੇ ਬੀਬੀਆਂ ਦੇ ਪ੍ਰਤੀ ਇੰਨੇ ਫਿਕਰਮੰਦ ਹੋਣ ਤੇ ਜਿਹੜੀ ਇਹ ਕਾਤਲ ਬੀਬੀ ਆ ਇਹਨੂੰ ਪ੍ਰਧਾਨ ਬਣਾਉਣ ਦੀ ਬਜਾਏ ਇਹਨੂੰ ਸਲਾਖਾਂ ਦੇ ਪਿੱਛੇ ਸਿੱਟਣਾ ਚਾਹੀਦਾ ਸੀ। ਦੂਜੀ ਗੱਲ, ਤੁਸੀਂ ਜਿੱਦਾਂ ਮੈਂ ਵੀ ਕੀਤੀ ਤਾਂ ਤੁਸੀਂ ਵੀ ਕਿਹਾ ਵੀ ਵਾਰ-ਵਾਰ ਉਹਨੂੰ ਇਲੈਕਸ਼ਨ ਲੜਨ ਦੇ ਮੌਕੇ ਦਿੱਤੇ ਜਾਂਦੇ ਆ। ਉੱਥੇ ਮੈਂ ਸਮਝਦਾ ਕਿਤੇ ਨਾ ਕਿਤੇ ਇਹਨਾਂ ਦੀ ਮਜਬੂਰੀ ਵੀ ਆ, ਕਿਉਂਕਿ ਇਹਨਾਂ ਨੂੰ ਜਿਹੜੇ ਉਮੀਦਵਾਰ ਆ ਉਹ ਵੀ ਨਹੀਂ ਮਿਲਦੇ ਤੇ ਇਹਨਾਂ ਨੂੰ ਪ੍ਰਧਾਨ ਵੀ ਜਿਹੜੇ ਆਪਦੇ ਚੱਟੇ ਵੱਟੇ ਆ ਉਹੀ ਲਾਉਣੇ ਪੈਂਦੇ ਆ। ਇਹਨਾਂ ਦੀ ਮਜਬੂਰੀ ਵੀ ਆ ਵੀ ਉਹਨਾਂ ਨੂੰ ਪ੍ਰਧਾਨਾਂ ਦੇ ਤੌਰ ਤੇ ਵੀ ਵਰਤ ਲੈਂਦੇ ਆ, ਉਹਨਾਂ ਨੂੰ ਉਮੀਦਵਾਰਾਂ ਦੇ ਤੌਰ ਤੇ ਵੀ ਵਰਤ ਲੈਂਦੇ ਆ। ਅਖੀਰ ਦੇ ਵਿੱਚ ਤੁਸੀਂ ਬੀਬੀ ਬਾਦਲ ਨੂੰ ਕੀ ਕਹਿਣਾ ਚਾਹੁੰਦੇ, ਤੇ ਹੋਰ ਬੜੀਆਂ ਸਿਆਸੀ ਪਾਰਟੀਆਂ ਨੇ ਆਪਣਾ ਬਿਗਲ ਵਜਾ ਦਿੱਤਾ 2022 ਦੀਆਂ ਚੋਣਾਂ ਦਾ, ਔਰ ਬੜਾ ਪ੍ਰਚਾਰ ਹੋ ਰਿਹਾ ਪਿੰਡਾਂ ਦੇ ਵਿੱਚ, ਵੱਡੀਆਂ ਵੱਡੀਆਂ ਰੈਲੀਆਂ, ਛੋਟੇ ਛੋਟੇ ਮੰਚਾਂ ਤੇ ਬੜਾ ਕੁਝ ਬੋਲਿਆ ਜਾ ਰਿਹਾ ਹੈ। ਉਹ ਬੁਲਾਰਿਆਂ ਨੂੰ ਤੁਸੀਂ ਕੀ ਚੈਨਲ ਦੇ ਮਾਧਿਅਮ ਜ਼ਰੀਏ ਕਹਿਣਾ ਚਾਹੁੰਦੇ, ਔਰ ਬੀਬੀ ਨੂੰ ਕੀ ਕਹਿਣਾ ਚਾਹੁੰਦੇ? ਸਭ ਤੋਂ ਪਹਿਲਾਂ ਤਾਂ ਜੀ ਮੈਂ ਜਥੇਦਾਰ ਸਾਹਿਬ ਨੂੰ ਬੇਨਤੀ ਕਰਨਾ ਚਾਹੁੰਦਾ, ਜਥੇਦਾਰ ਸਾਹਿਬ ਤੁਸੀਂ ਆਪਦੇ ਆਪ ਨੂੰ ਪਹਿਚਾਣੋ, ਆਪਦੇ ਰੁਤਬੇ ਨੂੰ ਪਹਿਚਾਣੋ। ਜਿਹੜਾ ਵੀ ਕੋਈ ਸਾਡੇ ਧਰਮ ਦੇ ਖਿਲਾਫ, ਸਾਡੇ ਗੁਰੂ ਦੇ ਖਿਲਾਫ, ਸਾਡੀ ਅਰਦਾਸ ਦੇ ਖਿਲਾਫ ਜਾਂ ਸਾਡੇ ਜਕਾਰੇ ਦੀ ਬੇਅਦਬੀ ਕਰਦਾ, ਉਹਨੂੰ ਉੱਥੇ ਤਲਬ ਕਰਕੇ ਉਹਨੂੰ ਬਣਦੀ ਸਜ਼ਾ ਦਿੱਤੀ ਜਾਵੇ। ਜਿਵੇਂ ਅਕਾਲੀ ਫੂਲਾ ਸਿੰਘ ਜੀ ਦੀ ਆਪਾਂ ਗੱਲ ਕਰਕੇ ਹਟੇ ਹਾਂ, ਉਸ ਤਰੀਕੇ ਦੀਆਂ ਸਜ਼ਾਵਾਂ ਦਿੱਤੀਆਂ ਜਾਣ। ਜਥੇਦਾਰ ਸਾਹਿਬ ਪਿਛਲੇ ਦਿਨੀ ਇੱਕ ਵਿਸਕੀ ਕੇ ਰਿਸਕੀ ਨਾਂ ਦਾ ਬੰਦਾ ਰੋਪੜ ਤੋਂ, ਉਹ ਗੁਰੂ ਸਾਡੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੀ ਫੋਟੋ ਹੱਥ ਵਿੱਚ ਫੜ ਕੇ ਭੱਦੀ ਸ਼ਬਦਾਵਲੀ ਬੋਲਦਾ ਹੈ, ਤੁਸੀਂ ਉਹਨੂੰ ਵੀ ਤਲਬ ਨਹੀਂ ਕਰਦੇ। ਤੁਸੀਂ ਬਾਬੇ ਨਾਨਕ ਦੀ ਤੱਕੜੀ ਨਾਲ ਆਪਦੇ ਚੋਣ ਨਿਸ਼ਾਨ ਤੱਕੜੀ ਦੀ ਤੁਲਨਾ ਕਰਦੀ ਏ, ਤੁਸੀਂ ਉਹਨੂੰ ਵੀ ਤਲਬ ਨਹੀਂ ਕਰਦੇ, ਇੱਕ ਬਿਆਨ ਤੱਕ ਨਹੀਂ ਦਿੰਦੇ। ਇਸ ਕਰਕੇ ਤੁਹਾਨੂੰ ਚਾਹੀਦਾ ਵੀ ਇਹਨਾਂ ਦੇ ਬੋਝ ਨੂੰ ਆਪਦੇ ਸਿਰ ਦੇ ਉੱਤੋਂ ਲਾ ਕੇ ਤੇ ਤੁਸੀਂ ਜਿਹੜਾ ਕੌਮ ਨੂੰ ਸਮਰਪਿਤ ਹੋ ਕੇ ਇਹ ਸੇਵਾ ਨਿਭਾਓ, ਇਸ ਰੁਤਬੇ ਦੀ ਪਹਿਚਾਣ ਕਰੋ। ਦੂਜੀ ਬੇਨਤੀ ਮੈਂ ਕਰਨੀ ਚਾਹੁੰਦਾ ਲੋਕਾਂ ਨੂੰ ਵੀ ਜਦੋਂ ਸਾਡੇ ਪਿੰਡਾਂ ਦੇ ਵਿੱਚ
ਇਹਨਾਂ ਨੇ ਆਣ ਕੇ ਬੋਲਣਾ ਹੈ, ਸਾਡੇ ਸ਼ਹਿਰਾਂ ਦੇ ਵਿੱਚ ਮੰਚਾਂ ਤੇ ਬੋਲਣਾ ਹੈ। ਜੇ ਕੋਈ ਗੱਲ ਸਾਡੇ ਧਰਮ ਦੀ ਸ਼ਾਨ ਦੇ ਖਿਲਾਫ ਕਰਦੇ ਨੇ ਤੇ ਇਹਨਾਂ ਨੂੰ ਉੱਥੋਂ ਫਿਰ ਜਾਣ ਨਾ ਦਿਆ ਕਰੋ, ਇਹਨਾਂ ਨੂੰ ਉੱਥੇ ਸਿੱਟ ਲਿਆ ਕਰੋ। ਇਹਨਾਂ ਨੂੰ ਇੱਕ ਵਾਰੀ ਸਬਕ ਸਿਖਾਓ ਕਿ ਜਿਹੜਾ ਇਹ ਆਪਦੇ ਕੰਟਰੋਲ ਵਿੱਚ ਰਹਿ ਕੇ ਜਿਹੜੇ ਲੋਕਾਂ ਨੂੰ ਇਹਨਾਂ ਨੇ ਝੂਠ ਸੱਚ ਬੋਲਣੇ ਆਪਦੇ ਬੋਲੀ ਜਾਣ, ਪਰ ਕਿਸੇ ਵੀ ਸਾਡੇ ਧਾਰਮਿਕ ਚਿੰਨ੍ਹ ਦੇ ਨਾਲ ਜਾਂ ਅਰਦਾਸ ਦੇ ਨਾਲ ਜਕਾਰੇ ਦੇ ਨਾਲ ਬੇਅਦਬੀ ਕਰਨ ਦਾ ਇਹਨਾਂ ਨੂੰ ਕੋਈ ਹੱਕ ਨਹੀਂ। ਜੇ ਅਜਿਹਾ ਕਰਦੇ ਆ ਇਹਨਾਂ ਦਾ ਵਿਰੋਧ ਕਰਿਆ ਕਰੋ। ਤੇ ਦੂਜੀ ਮੈਂ ਬੀਬੀ ਹਰਸਿਮਰਤ ਕੌਰ ਨੂੰ ਇੱਕ ਚੇਤਾਵਨੀ ਦੇ ਕੇ ਕਹਿ ਲੋ ਕਹਿਣਾ ਕਿ ਬੀਬਾ ਜਿਹੜੇ ਤੂੰ ਸ਼ਬਦ ਬੋਲੇ ਆ ਇਹ ਸ਼ਬਦਾਂ ਨੂੰ ਵਾਪਸ ਲੈ ਲਾ, ਅਕਾਲ ਤਖਤ ਸਾਹਿਬ ਤੇ ਜਾ ਕੇ ਮਾਫੀ ਮੰਗ ਲਾ। ਜਥੇਦਾਰ ਸਾਹਿਬ ਨੇ ਜਿਹੜੀ ਧਾਰਮਿਕ ਸਜ਼ਾ ਲਾਉਣਗੇ ਉਹ ਸਜ਼ਾ ਜਿਹੜਾ ਹੈਗਾ ਸੇਵਾ ਲਾਉਣਗੇ ਜਾਂ ਸਜ਼ਾ ਲਾਉਣਗੇ ਉਹ ਆਪਦੀ ਕਰ ਲਾ, ਕਿਉਂਕਿ ਜਿਵੇਂ ਤੁਸੀਂ ਅੱਗੇ ਡਰਾਮਾ ਕੀਤਾ ਸੀ ਬੂਟ ਪਾਲਿਸ਼ ਕਰਨ ਵਾਲਾ, ਜੁੱਤੀਆਂ ਦੀ ਸੇਵਾ ਕਰਨ ਵਾਲਾ, ਉਸ ਤਰੀਕੇ ਨਾਲ ਡਰਾਮਾ ਹੀ ਕਰ ਲਓ। ਕਿਤੇ ਨਾ ਕਿਤੇ ਤਾਂ ਸਾਡੇ ਸੀਨੇ ਦੇ ਵਿੱਚ ਸਾਡੇ ਹਿਰਦੇ ਦੇ ਵਿੱਚ ਠੰਡ ਪਵੇ ਵੀ ਇਹਨਾਂ ਨੂੰ ਸਜ਼ਾ ਮਿਲੀ ਏ, ਕਿਉਂਕਿ ਹਮੇਸ਼ਾ ਤੁਸੀਂ ਸਿੱਖਾਂ ਦੇ ਹਿਰਦੇ ਵਰਲੁੰਦਰੇ ਆ, ਇਸ ਤੱਕ ਸਿੱਖਾਂ ਦੇ ਹਿਰਦੇ ਦੇ ਵਿੱਚ ਠੰਡ ਨਹੀਂ ਪਈ। ਜੇ ਤੁਸੀਂ ਡਰਾਮਾ ਵੀ ਕਰ ਲੋਗੇ ਕਿਤੇ ਨਾ ਕਿਤੇ ਸਾਨੂੰ ਸਕੂਨ ਜ਼ਰੂਰ ਮਿਲ ਜੂਗਾ ਵੀ ਚਲੋ ਯਾਰ ਜੇ ਇਹਨਾਂ ਨੇ ਗਲਤੀ ਕੀਤੀ ਸੀ ਕੋਈ ਤਾਂ ਇਹਨਾਂ ਨੂੰ ਸਜ਼ਾ ਮਿਲੀ। ਦਰਸ਼ਕੋ ਬੜੇ ਥੋੜੇ ਸਮੇਂ ਦੇ ਅੰਦਰ ਸਾਡੇ ਭਰਾ ਨੇ ਬੜੀਆਂ ਵਧੇਰੇ ਜਾਣਕਾਰੀਆਂ ਦਿੱਤੀਆਂ ਔਰ ਅਖੀਰ ਦੇ ਵਿੱਚ ਮੈਂ ਵੀ ਇੱਕ ਗੱਲ ਕਹਿਣੀ ਚਾਹੁੰਦਾ ਔਰ ਵੀਰ ਜੀ ਨੇ ਵੀ ਗੱਲ ਕਹੀ ਏ ਵੀ ਚੋਣਾਂ ਦੇ ਵਿੱਚ ਪ੍ਰਚਾਰ ਕਰੋ, ਜਿੰਨੇ ਮਰਜ਼ੀ ਝੂਠ ਸੱਚ ਮਾਰੋ, ਜਿੰਨੇ ਮਰਜ਼ੀ ਲੋਕਾਂ ਨੂੰ ਲਾਰੇ ਲਾਓ, ਕਿਉਂਕਿ ਸਿਆਸੀ ਬੰਦੇ ਲਾਉਂਦੇ ਆਏ ਨੇ, ਬੜਾ ਕੁਝ ਗੁਟਕੇ ਫੜ ਕੇ ਵੀ ਲਾਉਂਦੇ ਆਏ ਨੇ। ਪਰ ਮੈਂ ਇਹ ਕਹਾਂਗਾ ਵੀ ਹੁਣ ਇਸ ਵਾਰ ਨਾ ਤੇ ਅਸੀਂ ਹੱਥ 'ਤੇ ਤੁਹਾਨੂੰ ਗੁਟਕਾ ਫੜਨ ਦੇਣਾ ਤੇ ਨਾ ਇਸ ਵਾਰ ਕਿਸੇ ਵੀ ਗੁਰੂ ਦੇ ਨਾਲ ਤੁਲਨਾ ਕਰੋ ਜਾਂ ਗੁਰੂ ਸਾਹਿਬ ਦੇ ਨਿਸ਼ਾਨ ਨਾਲ ਤੁਲਨਾ ਕਰੋ, ਇਹ ਸਾਨੂੰ ਹਰਗਿਜ਼ ਬਰਦਾਸ਼ਤ ਨਹੀਂ ਹੋਏਗਾ। ਤੁਸੀਂ ਆਪਣਾ ਪ੍ਰਚਾਰ ਪਾਰਟੀ ਦਾ ਜਿਸ ਤਰੀਕੇ ਨਾਲ ਕਰਨਾ, ਝੂਠ ਬੋਲਨੇ ਬੋਲੋ, ਤੁਹਾਨੂੰ ਫੁੱਲ ਅਧਿਕਾਰ ਨੇ, ਪਰ ਕਿਰਪਾ ਕਰਕੇ ਬੇਨਤੀ ਕਰਦੇ ਹਰੇਕ ਸਿਆਸੀ ਮੰਚ ਨੂੰ ਬੇਨਤੀ ਕਰਦਾ, ਹਰੇਕ ਸਿਆਸੀ ਪਾਰਟੀ ਨੂੰ ਬੇਨਤੀ ਕਰਦਾ ਵੀ ਗੁਰੂ ਪਾਤਸ਼ਾਹ ਦੀ ਸ਼ਖਸੀਅਤ ਦੇ ਨਾਲ, ਗੁਰੂ ਪਾਤਸ਼ਾਹ ਦੀ ਕੋਈ ਵਿਰਾਸਤ ਦੇ ਨਾਲ ਤੁਲਨਾ ਨਾ ਕੀਤੀ ਜਾਏ। ਸੋ ਦਰਸ਼ਕੋ ਬਹੁਤ ਜਲਦੀ ਨਵੇਂ ਮੁੱਦੇ ਤੇ ਨਵੀਂ ਸ਼ਖਸੀਅਤ ਦੇ ਨਾਲ ਆਪ ਜੀ ਰੂਬਰੂ ਹੁੰਨੇ ਆ। ਦਿਓ ਆਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।